ਵੌਇਸ ਆਫ ਇੰਡੀਆ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ। ਮੈਂ ਲਖਵਿੰਦਰ ਕੌਸ਼ਿਕ, ਮੇਰੇ ਨਾਲ ਬੈਠੇ ਨੇ ਗੁਰਨਿੰਦਰ ਬਲ ਜੀ। ਬਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕੌਸ਼ਿਕ ਸਾਹਿਬ। ਹੋਰ ਸਰ ਠੀਕ ਹੋ? ਬਹੁਤ ਵਧੀਆ ਜੀ। ਤੇ ਅੱਜ ਅਸੀਂ ਕੋਸ਼ਿਸ਼ ਕਰਨੀ ਹੈ ਜੀ ਕਿ ਸਾਡੇ ਵਿਨੀਪੈਗ ਦੇ ਜਿੰਨੇ ਕੁ ਮਸਲੇ ਨੇ ਜੀ, ਜਿੰਨੇ ਕੁ ਮਸਲੇ ਅਸੀਂ ਸੁਲਝਾ ਸਕਦੇ ਹਾਂ, ਕਿਉਂਕਿ ਕੁਝ ਮਸਲੇ ਬੜੇ ਸੀਰੀਅਸ ਨੇ ਜੀ, ਜਿਹੜੇ ਪੋਲੀਟੀਸ਼ੀਅਨਾਂ ਲਈ ਬਣਦੇ ਨੇ ਜੀ, ਜਾਂ ਉਹ ਕਹਿ ਲਈਏ ਕੁਝ ਮਸਲੇ ਇਸ ਤਰੀਕੇ ਦੇ ਨੇ ਕਿ ਜਿਹੜੇ ਪਬਲਿਕ ਦੇ ਆਪਣੇ ਬਣਦੇ ਨੇ। ਜੀ ਬਿਲਕੁਲ। ਤੇ ਆਪਾਂ ਪਬਲਿਕ ਹੀ ਆ, ਫਿਰ ਆਪਾਂ ਉਸ ਹਿਸਾਬ ਨਾਲ ਗੱਲਬਾਤ ਕਰਾਂਗੇ ਜੀ ਅੱਜ। ਬਿਲਕੁਲ ਬਿਲਕੁਲ ਜੀ। ਅਸੀਂ ਆਪਣੇ ਦਰਸ਼ਕਾਂ ਦੇ ਨਾਲ ਵਿਨੀਪੈਗ ਦੇ ਵਿੱਚ ਆ ਰਹੀਆਂ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ। ਇਹ ਪ੍ਰੋਗਰਾਮ ਸਾਡਾ ਇਹ ਲਾਈਵ ਚੱਲ ਰਿਹਾ ਹੈਗਾ। ਇਸ ਤੋਂ ਇਲਾਵਾ ਜਿਹੜੀ ਆਪਾਂ ਨੇ ਹੋਰ ਗੱਲਾਂ ਮਤਲਬ ਥੋੜ੍ਹੀ ਜਿਹੀ ਆਪਾਂ ਬਾਹਰਲੀਆਂ ਵੀ ਗੱਲ ਕਰਾਂਗੇ ਜਿਹੜੀ ਵਿਨੀਪੈਗ ਤੋਂ ਬਾਹਰ ਵੀ ਹੈਗੀਆਂ ਨੇ। ਸਭ ਤੋਂ ਪਹਿਲਾਂ ਅਜੇ ਜੀ ਜੇ ਬੰਦੇ ਦੀ ਕਹਿੰਦੇ ਸਿਹਤ ਜ਼ਰੂਰੀ ਹੈ ਤਾਂ ਸਿਹਤ ਦੇ ਨਾਲ ਹੀ ਸਾਰਾ ਕੁਛ ਆ। ਜੇ ਸਿਹਤ ਤੁਹਾਡੀ ਹੈਗੀ ਹੈ ਤਾਂ ਤੰਦਰੁਸਤੀ ਹੈ ਤਾਂ ਤੁਸੀਂ ਤੁਰਦੇ ਫਿਰਦੇ ਹੋ, ਸਾਰਾ ਕੁਛ ਸਿਹਤ ਦੇ ਨਾਲ। ਸਭ ਤੋਂ ਪਹਿਲਾਂ ਅਸੀਂ ਸਿਹਤ ਸੇਵਾਵਾਂ ਬਾਰੇ ਗੱਲ ਕਰਾਂਗੇ। ਕੀ ਕਹੋ ਜੀ? ਸਿਹਤ ਨਾਲ ਸੰਬੰਧਿਤ ਜਿੰਨੀਆਂ ਵੀ ਅਸੀਂ ਤੁਹਾਡੇ ਨਾਲ ਗੱਲਾਂ ਕਰਾਂਗੇ, ਤੁਸੀਂ ਸਾਡੇ ਨਾਲ ਉਹ ਕਹੀਏ ਕਿ ਸਿੱਧਾ ਜੁੜ ਸਕਦੇ ਜੇ, ਤੁਹਾਡਾ ਰਾਬਤਾ ਸਾਡੇ ਨਾਲ ਸਿੱਧਾ ਹੋ ਸਕਦਾ। ਬਿਲਕੁਲ ਜੀ। ਫੋਨ ਨੰਬਰ ਪੰਜਾਬੀ 'ਚ ਮੈਂ ਦੱਸ ਦੇਣਾ, ਅੰਗਰੇਜ਼ੀ 'ਚ ਤੁਸੀਂ ਦੱਸ ਦਿਓ ਕਿ 204 813 0046। ਜੀ ਬਿਲਕੁਲ ਜੀ। ਸਾਡਾ ਸਟੂਡੀਓ ਦਾ ਨੰਬਰ ਹੈਗਾ ਜੀ 2048130046 ਤੇ ਤੁਸੀਂ ਕਾਲ ਕਰ ਸਕਦੇ ਹੋ। ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੇ ਵਿਚਾਰ ਨੇ ਜਿਹੜੇ ਦੱਸ ਸਕਦੇ ਹੋ। ਤੁਹਾਡੀ ਕੋਈ ਹੱਡ ਬੀਤੀ ਜੱਗ ਬੀਤੀ ਜਿਵੇਂ ਕਹਿੰਦੇ ਹੁੰਦੇ ਨੇ ਜੀ, ਉਹ ਵੀ ਦੱਸ ਸਕਦੇ ਹੋ, ਕਿਉਂਕਿ ਹਰ ਇੱਕ ਬੰਦੇ ਨੂੰ ਸਿਹਤ ਸੇਵਾਵਾਂ ਵਧੀਆ ਨਹੀਂ ਮਿਲਦੀਆਂ। ਇਹ ਆਮ ਤੌਰ ਦੇ ਉੱਤੇ ਹੁਣ ਆਮ ਪੂਰੇ ਕੈਨੇਡਾ ਦੇ ਵਿੱਚ ਇਹ ਜਿਹੜੀਆਂ ਗੱਲਾਂ ਨੇ ਜਿਹੜੀਆਂ ਚੱਲ ਰਹੀਆਂ ਨੇ ਜੀ। ਵੇਖੋ ਜੀ ਕੌਸ਼ਿਕ ਸਾਹਿਬ, ਬੰਦੇ ਦੀਆਂ 3 ਲੋੜਾਂ ਬੜੀਆਂ ਪ੍ਰਾਈਮ ਨੇ ਜੀ। ਪਹਿਲੀ ਗੱਲ ਤਾਂ ਉਹਨੂੰ ਖਾਣ ਪੀਣ ਨੂੰ ਮਿਲਣਾ ਚਾਹੀਦਾ ਜੀ। ਦੂਸਰੀ ਗੱਲ এনवायरमेंट ਜੀ ਬਿਲਕੁਲ। 2 ਚੀਜ਼ਾਂ ਦੀ ਅਸੀਂ ਖਿੱਚ ਕਰਕੇ ਇਹਨਾਂ ਮੁਲਕਾਂ 'ਚ ਆਉਂਦੇ ਆ। ਪਹਿਲਾ ਜੀ ਵੀ ਸਾਨੂੰ ਇੱਥੇ ਸਿਹਤ ਸੇਵਾਵਾਂ ਚੰਗੀਆਂ ਮਿਲਣਗੀਆਂ ਤੇ ਦੂਜੀ ਸਿਹਤ ਚੰਗੀ ਹੋਊਗੀ ਜੀ, ਕਿਉਂਕਿ ਖਾਣ ਪੀਣ ਨੂੰ ਉੱਥੇ ਵੀ ਮਿਲਦਾ ਤੇ ਖਾਣ ਪੀਣ ਨੂੰ ਸਾਨੂੰ ਇੱਥੇ ਵੀ ਮਿਲਦਾ ਜੀ। ਬਿਲਕੁਲ। ਤੇ ਜਿਵੇਂ ਅਸੀਂ ਕਹਿ ਦਿੰਦੇ ਕਿ ਧੁੱਪ ਉੱਥੇ ਜ਼ਿਆਦਾ ਮਿਲਦੀ, ਇੱਥੇ ਘੱਟ ਮਿਲਦੀ ਆ ਜੀ ਜੀ, ਉਹਦੇ ਕਾਰਨ ਵੀ ਥੋੜਾ ਜਿਹਾ ਸਾਨੂੰ ਫਰਕ ਪੈਂਦਾ। ਜਾਂ ਇਹੋ ਕਹੀਏ ਕਿ ਵਿਟਾਮਿਨ ਡੀ ਦੀ ਇੱਥੇ ਜ਼ਿਆਦਾ ਘਾਟ ਹੋ ਜਾਂਦੀ ਆ, ਵਿਟਾਮਿਨ B12 ਦੀ ਜ਼ਿਆਦਾ ਘਾਟ ਹੁੰਦੀ ਆ, ਜਾਂ ਕੁਝ ਹੋਰ ਘਾਟਾਂ ਹੁੰਦੀਆਂ। ਹੁਣ ਤੇ ਵੈਸੇ ਉੱਧਰ ਵੀ ਸ਼ੁਰੂ ਹੋ ਗਈਆਂ। ਜਿਵੇਂ ਅਸੀਂ ਇੱਧਰ ਸਾਡੇ ਕਹਿ ਲੈਂਦੇ ਕਿ ਸਾਡੇ ਮਿਲਕ ਦੀ ਜਿਹੜੀ ਆ ਇੰਟੋਲਰੈਂਸ ਉਹ ਜ਼ਿਆਦਾ ਆ, ਜਿਹਨੂੰ ਅਸੀਂ ਲੈਕਟੋਜਨ ਇੰਟੋਲਰੈਂਸ ਕਹਿੰਦੇ ਆ ਜੀ ਜੀ, ਜਾਂ ਸੀਰੀਅਲਸ ਦੀ ਕਈਆਂ ਨੂੰ ਇੰਟੋਲਰੈਂਸ ਦੀ ਪ੍ਰੋਬਲਮ ਆ ਰਹੀ ਆ। ਸਾਰੀਆਂ ਕੁਝ ਉਹ ਵੀ ਗੱਲਾਂ ਥੋੜ੍ਹੀਆਂ ਅਸੀਂ ਟੱਚ ਕਰਾਂਗੇ ਜੀ। ਬਾਕੀ ਜਿਹੜਾ ਵਿਸ਼ੇਸ਼ ਟੌਪਿਕ ਹੈ ਅੱਜ ਦਾ ਸਿਹਤ ਦਾ, ਕਿ ਇੱਥੋਂ ਦੀਆਂ ਜਿਹੜੀਆਂ ਸਿਹਤ ਸੇਵਾਵਾਂ ਨੇ ਜੀ ਹੌਲੀ ਹੌਲੀ ਨਿਘਾਰ ਵੱਲ ਜਾ ਰਹੀਆਂ ਨੇ ਜੀ ਜੀ ਜੀ, ਨਿਖਾਰ ਵੱਲ ਨਹੀਂ ਜਾ ਰਹੀਆਂ, ਨਿਘਾਰ ਵੱਲ ਨੇ। ਬਿਲਕੁਲ ਜੀ। ਇੱਕ ਵਰਲਡ ਬੈਂਕ ਦਾ ਜਿਹੜਾ ਪਿੱਛੇ ਜੇ ਇੱਕ ਰਿਸਰਚ ਦੇ ਵਿੱਚ ਮਤਲਬ ਆਇਆ ਸੀਗਾ ਵੀ ਯੂਰਪੀਅਨ ਦੇਸ਼ਾਂ ਦੇ ਮੁਕਾਬਲੇ ਜਿਹੜੇ ਕੈਨੇਡੀਅਨ ਦੇ ਵਿੱਚ ਹੈਲਥ ਸਿਸਟਮ ਆ ਉਹ ਬਹੁਤ ਜ਼ਿਆਦਾ ਡਾਊਨ ਜਾ ਰਿਹਾ ਹੈਗਾ। ਉਹਦੇ ਵਿੱਚ ਇਹ ਵੀ ਇੱਕ ਰਿਪੋਰਟ ਸਾਹਮਣੇ ਆਈ ਸੀ ਜਿਹਦੇ ਵਿੱਚ ਵੀ ਕੈਨੇਡਾ ਦੇ ਵਿੱਚ 1,29,200 ਡਾਕਟਰਾਂ ਦੀ ਘਾਟ ਹੈਗੀ ਹੈ ਜੀ, ਤੇ 95,000 ਜਿਹੜੇ ਹਸਪੀਟਲ ਬੈੱਡਾਂ ਦੀ ਘਾਟ ਜਿਹੜੀ ਉਹ ਮਹਿਸੂਸ ਹੋ ਰਹੀ ਆ। ਹਾਂਜੀ ਹਾਂਜੀ। ਸਭ ਤੋਂ ਵੱਡੀ ਗੱਲ ਤੇ ਸਪੈਸ਼ਲਿਸਟ ਕੋਈ ਵੀ ਆ ਜੀ ਕਿਸੇ ਵੀ ਫੀਲਡ ਦਾ ਜੀ, ਕਿਉਂਕਿ ਜਿਵੇਂ ਮੈਂ ਹਸਪੀਟਲ 'ਚ ਕੰਮ ਕਰਦਾ, ਮੈਨੂੰ ਇੰਨਾ ਕੁ ਪਤਾ ਕਿ ਕਿਸੇ ਵੀ ਸਪੈਸ਼ਲਿਸਟ ਨੂੰ ਤੁਸੀਂ ਮਿਲਣਾ ਹੋਵੇ ਜੀ 15 ਦਿਨ ਦਾ ਟਾਈਮ ਤੇ ਮਿਲਣ ਲਈ ਜੀ, ਜਾਂ 1 ਮਹੀਨੇ ਦਾ ਮਿਲਣ ਲਈ ਜੀ, ਉਸ ਤੋਂ ਬਾਅਦ ਪ੍ਰਮਾਤਮਾ ਨਾ ਕਰੇ ਤੁਹਾਡੀ ਕੋਈ ਸਰਜਰੀ ਆ ਗਈ ਆ ਜੀ ਜੀ, ਕਾਰਡੀਓਲੋਜੀ ਛੱਡ ਦਿਓ, ਕੈਂਸਰ ਛੱਡ ਦਿਓ, 2 ਸਪੈਸ਼ਲ ਜੇ ਕੇਸ ਨੇ ਜੀ ਜੀ, ਉਹਨਾਂ ਨੂੰ ਛੱਡ ਕੇ ਕਿਸੇ ਵੀ ਤਰ੍ਹਾਂ ਸਰਜਰੀ ਸਾਲਾਂ ਪ੍ਰਤੀ ਟਾਈਮ, ਮਹੀਨਿਆਂ ਪ੍ਰਤੀ ਟਾਈਮ ਜੀ ਜੀ, ਉਹ ਜਿਹੜਾ ਟਾਈਮ ਹੈ ਨਾ, ਅਸੀਂ ਉਹ ਕਹੀਏ ਕਿ ਸਾਡੀ ਇਹੋ ਜਿਹੇ ਠੰਡੇ ਮੌਸਮ 'ਚ ਮੰਨ ਲਓ ਕਿਸੇ ਦੇ ਗੋਡੇ ਦੁਖਦੇ ਆ, ਜਾਂ ਕਿਸੇ ਦੀ ਕੋਈ ਹੋਰ ਮਾਈਨਰ ਸਰਜਰੀ ਹੋਣੀ ਆ ਹੱਥ ਦੀ ਜਾਂ ਲੱਤ ਦੀ ਜਾਂ ਪੈਰ ਦੀ ਜੀ, ਉਹਦੇ ਲਈ ਮਹੀਨਿਆਂ ਬੱਧੀ ਟਾਈਮ ਕੱਢਣਾ ਬਹੁਤ ਔਖਾ ਜੀ। ਬਿਲਕੁਲ। ਕਿਉਂਕਿ ਇਹ ਉਹ ਦੇਸ਼ ਨੇ ਜਿੱਥੇ ਤੁਸੀਂ ਜਿੰਨਾ ਕਮਾਉਣਾ ਉਨਾ ਹੀ ਖਾਣਾ ਜੀ ਜੀ, ਚਾਹੇ ਤੁਸੀਂ 1 ਜੀ ਕਮਾਉਂਦੇ ਜੇ, ਚਾਹੇ ਤੁਸੀਂ 2 ਕਮਾਉਂਦੇ ਜੇ, ਚਾਹੇ ਤੁਸੀਂ 10 ਜੀ ਕਮਾਉਂਦੇ ਜੇ ਜੀ, ਕਿਉਂਕਿ ਜੇ 10 ਜੀ ਕਮਾਉਂਦੇ ਜੇ 10 ਦੇ ਖਰਚੇ ਜੀ। ਬਿਲਕੁਲ। ਇੱਥੇ ਅਸੀਂ ਮੋਟੀ ਜੀ ਗੱਲ ਕਹਿੰਦੇ ਨੇ ਵੀ ਜਿੰਨੇ ਜੀ ਉਨੀਆਂ ਕਾਰਾਂ ਜੀ। ਬਿਲਕੁਲ ਜੀ। ਤੇ ਜਿੰਨੀਆਂ ਕਾਰਾਂ ਉਨੀਆਂ ਇੰਸ਼ੋਰੈਂਸ ਆ, ਤੇ ਜਿੰਨੀਆਂ ਕਾਰਾਂ ਉਹਨਾਂ 'ਚ ਤੇਲ ਪੈਣਾ, ਜਿੰਨੀਆਂ ਕਾਰਾਂ ਉਹਨਾਂ ਦੇ ਹੋਰ ਟੁੱਟ ਭੱਜ ਦੇ ਖਰਚੇ ਸਾਰੇ ਜਾ, ਮਤਲਬ ਕਿ ਖਰਚਿਆਂ ਨੂੰ ਸਾਰਾ ਕੁਝ ਨੂੰ ਵੇਖ ਕੇ ਸਾਨੂੰ ਇਹ ਹੁੰਦਾ ਕਿ ਹਰ ਬੰਦਾ ਤਕਰੀਬਨ ਕੁਛ ਨਾ ਕੁਛ ਕਮਾਉਂਦਾ ਜ਼ਰੂਰ ਹੋਵੇ। ਤੁਸੀਂ ਗੱਲ ਕਰ ਰਹੇ ਸੀਗੇ ਵੀ ਜਿੰਨੇ ਬੰਦੇ ਨੇ ਉਨੇ ਖਰਚੇ ਨੇ, ਠੀਕ ਹੈ ਜੀ, ਉਨੇ ਮਤਲਬ ਕਾਰਾਂ ਹੈਗੀਆਂ ਨੇ, ਜਿੰਨੇ ਬੰਦੇ ਹੈਗੇ ਨੇ ਉਨੀ ਕਮਾਈ ਹੋ ਰਹੀ ਹੈ ਤੇ ਉਹਨਾਂ ਵੀ ਉਨੇ ਟੈਕਸ ਵੀ ਤਾਂ ਉਨੇ ਹੀ ਦੇ ਰਹੇ ਨੇ। ਜਿਹੜੀਆਂ ਕੈਨੇਡਾ ਦੀਆਂ ਸਿਹਤ ਸੇਵਾਵਾਂ ਨੇ ਜੀ ਉਹ ਟੈਕਸ ਦੇ ਆਧਾਰ ਦੇ ਉੱਤੇ ਚੱਲ ਰਹੀਆਂ ਨੇ। ਇੱਕ ਰਿਪੋਰਟ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈਗਾ ਯੂਰਪੀਅਨ ਦੇਸ਼ਾਂ ਦੇ ਮੁਕਾਬਲੇ, ਜਿਵੇਂ ਫਰਾਂਸ ਹੈਗਾ ਜੀ, ਫਰਾਂਸ ਦੇ ਵਿੱਚ 1,000 ਬੰਦੇ ਪਿੱਛੇ ਤਕਰੀਬਨ 6.5 ਡਾਕਟਰ ਜਿਹੜੇ ਉਹ
ਕੰਮ ਕਰ ਰਹੇ ਹੈਗੇ ਬਿਲਕੁਲ। ਇਸ ਤਰ੍ਹਾਂ ਹੀ ਜਰਮਨ ਦੇ ਵਿੱਚ 4.5 ਹੈਗਾ, ਇੰਗਲੈਂਡ ਦੇ ਵਿੱਚ 5.5 ਹੈ, ਪਰ ਕੈਨੇਡਾ ਦਾ ਅੰਕੜਾ ਤੁਸੀਂ ਸੁਣ ਕੇ ਹੈਰਾਨ ਹੋਵੋਗੇ। ਕੈਨੇਡਾ ਦੇ ਵਿੱਚ 1000 ਬੰਦੇ ਪਿੱਛੇ ਜੀ 2.4 ਮਤਲਬ 2.5 ਬੰਦੇ ਵੀ ਨਹੀਂ ਹੈਗੇ ਜਿਹੜੇ ਮਤਲਬ ਸਿਹਤ ਸੇਵਾਵਾਂ ਨੂੰ ਮਤਲਬ ਕੰਟਰੋਲ ਕਰ ਸਕਣ। ਬਿਲਕੁਲ ਜੀ, ਇਹੀ ਘਾਟ ਕਾਰਨ ਅਸੀਂ ਹੁਣ ਦੇਖ ਰਹੇ ਹਾਂ ਜੀ, ਕਿਉਂਕਿ ਖਾਸ ਕਰਕੇ ਮੈਂ ਮੈਨੀਟੋਬਾ ਦੀ ਗੱਲ ਕਰਾਂਗਾ, ਵਿਨੀਪੈਗ ਦੀ, ਜਿਹੜੇ ਤਕਰੀਬਨ ਸਾਨੂੰ ਪਤਾ ਹੁੰਦਾ ਡਾਟਾ, ਕਿਉਂਕਿ ਆਲ ਓਵਰ ਕੈਨੇਡਾ ਦੇ ਪੋਜੀਸ਼ਨ ਇਹਦੋਂ ਵੀ ਹੋ ਸਕਦਾ ਵਧੀਆ ਹੋਵੇ, ਹੋ ਸਕਦਾ ਇਹਦੋਂ ਖਰਾਬ ਹੋਵੇ ਜੀ। ਮੇਜਰ 2 ਕੰਸਰਨ ਨੇ ਜੀ, ਕਾਰਡੀਓਲੋਜੀ ਜੀ ਤੇ ਕੈਂਸਰ। ਜੀ, ਕਾਰਡੀਓਲੋਜੀ ਜਿਹਨੂੰ ਅਸੀਂ ਕਹਿ ਦਿੰਦੇ ਜੀ ਹਾਰਟ ਦੀਆਂ ਪ੍ਰੋਬਲਮਾਂ, ਜਿਹੜਾ ਮੇਨ ਪੰਪ ਆ, ਜਿਵੇਂ ਅਸੀਂ ਕਹਿੰਦੇ ਨਾ ਕਿ ਮੇਨ ਪੰਪ ਆ ਪੈਸਾ ਤੇ ਸਿਹਤ, ਜਿਹਦੇ ਤੇ ਸਾਰਾ ਸਰਕਲ ਚੱਲਦਾ ਹੈ। ਇਧਰਲੇ ਪਾਸੇ ਸਾਡੀ ਬਾਡੀ ਲਈ ਮੇਨ ਪੰਪ ਦੇ ਲਿਆ, ਉਹਦੇ ਰਿਲੇਟਡ ਜਿਹੜੀਆਂ ਬਿਮਾਰੀਆਂ ਜੀ ਉਹਨਾਂ ਦੇ ਮਤਲਬ ਕਿ ਟਾਈਮ ਜਿਹੜੇ ਲੰਬੇ ਜੀ। ਹਾਂਜੀ, ਗੱਲ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਬਹੁਤ ਮਿਹਰਬਾਨੀ ਜੀ, ਤੁਹਾਡੇ ਦੋਨਾਂ ਦੀ, ਲਖਵਿੰਦਰ ਕੌਸ਼ਿਕ ਜੀ ਤੇ ਬਾਜਵਾ ਸਾਹਿਬ ਜੀ। ਤੁਸੀਂ ਮੁੱਦਾ ਬਹੁਤ ਵਧੀਆ ਲਿਆਂਦਾ ਅੱਜ। ਜੀ ਜੀ। ਸਿਹਤ ਸੇਵਾਵਾਂ ਨਾਲ ਸੰਬੰਧਿਤ ਜੀ। ਸਿਹਤ ਸੇਵਾਵਾਂ ਦਾ ਵਾਕਿਆ ਬਹੁਤ ਬੁਰਾ ਹਾਲ ਹੈ ਜੀ ਕੈਨੇਡਾ ਦੇ ਵਿੱਚ, ਤੇ ਖਾਸ ਕਰਕੇ ਵਿਨੀਪੈਗ ਦੇ ਵਿੱਚ ਵੀ ਜੀ। ਤੇ ਇਹਦੇ ਤੇ ਬਹੁਤ ਜ਼ਿਆਦਾ ਗੱਲ ਕਰਨ ਦੀ ਲੋੜ ਹੈਗੀ ਆ ਜੀ। ਤੇ ਅਸੀਂ ਚਾਹੁੰਦੇ ਆ ਕਿ ਵਾਇਸ ਆਫ ਇੰਡੀਆ ਰਾਹੀਂ, ਤੁਹਾਡੇ ਦੋਨਾਂ ਰਾਹੀਂ ਜੀ ਸਰਕਾਰ ਦੇ ਕੰਨਾਂ ਤੱਕ ਗੱਲ ਜਾਵੇ। ਜੀ ਜੀ। ਕਿ ਸੇਵਾਵਾਂ ਵੱਲ ਧਿਆਨ ਦਿੱਤਾ ਜਾਵੇ। ਹਸਪਤਾਲਾਂ ਦੇ ਵਿੱਚ ਭੀੜ ਇੰਨੀ ਆ ਜੀ, ਉੱਥੇ ਕਿੰਨੀ ਦੇਰ ਤੱਕ ਵਾਰੀ ਨਹੀਂ ਆਉਂਦੀ ਲੋਕਾਂ ਨੂੰ। ਬਿਲਕੁਲ ਜੀ। ਔਰ ਅੱਜ ਕੱਲ ਜਿਵੇਂ ਫਲੂ ਚੱਲ ਰਿਹਾ ਹੈਗਾ, ਬੱਚਿਆਂ ਨੂੰ ਵਾਸਤੇ ਬੜੀ ਮੁਸ਼ਕਲ ਆਈ ਹੈਗੀ ਆ ਜੀ। ਤੁਸੀਂ ਧੰਨਵਾਦ ਦੇ ਪਾਤਰ ਹੋਏ, ਤੁਸੀਂ ਇਹ ਮੁੱਦਾ ਚੁੱਕਿਆ ਹੈਗਾ। ਉਮੀਦ ਹੈ ਕਿ ਸਰਕਾਰ ਜਿਹੜੀ ਇਸ ਪਾਸੇ ਧਿਆਨ ਦੇਵੇ। ਜੀ, ਥੈਂਕ ਯੂ ਜੀ। ਜੀ ਬਿਲਕੁਲ ਬਿਲਕੁਲ ਜੀ, ਜਿਵੇਂ ਉਹਨਾਂ ਨੇ ਕਿਹਾ ਕਿ ਫਲੂ, ਜੀ, ਹੁਣ ਫਲੂ ਦਾ ਇੱਕ ਵੈਕਸੀਨ ਜਿਹੜਾ ਉਹ ਤੇ ਚਲੋ ਲੱਗਦਾ ਹੀ ਆ ਇੱਥੇ, ਹਰ ਵਾਰ ਹੁੰਦਾ, ਲੇਕਿਨ ਮੇਨ ਪ੍ਰੋਬਲਮ ਫਲੂ ਦੇ ਨਾਲ ਇੱਥੇ ਹੋ ਰਿਹਾ ਕਿ ਕਰੋਨਾ ਦੇ ਆਉਣ ਕਾਰਨ ਕਈ ਐਸੋਸੀਏਟ, ਜਿਵੇਂ ਅਸੀਂ ਕਹਿੰਦੇ ਸਟ੍ਰੇਨ ਆ ਗਏ ਕਰੋਨਾ ਦੇ ਅਲੱਗ-ਅਲੱਗ, ਐਸੋਸੀਏਟ ਹੋਰ ਬਿਮਾਰੀਆਂ ਕਈ ਨੇ ਜੀ, ਜਿਹੜੀਆਂ ਠੰਡ ਨਾਲ ਹੀ ਰਿਲੇਟਡ ਨੇ। ਜੀ ਬਿਲਕੁਲ। ਅਜੇ ਗਰਮ ਮੁਲਕਾਂ 'ਚ ਇਹ ਚੀਜ਼ਾਂ ਕੁਛ ਕੁ ਸਭ ਕਦੀ ਹੁੰਦਾ ਕਿ ਡਿਲੇ ਹੋ ਜਾਂਦੀਆਂ ਨੇ। ਜੀ ਬਿਲਕੁਲ। ਤੁਹਾਨੂੰ ਜ਼ੁਕਾਮ ਵੀ ਲੱਗਾ ਹੋਵੇ, ਬਾਹਰ ਗਰਮੀ ਹੋਵੇ ਜਾਂ ਸਵੈਟਿੰਗ ਖੁੱਲ ਕੇ ਆਵੇ, ਤੇ ਕੁਝ ਕੁ ਬਿਮਾਰੀਆਂ ਤੁਹਾਡੀਆਂ ਚਲੀਆਂ ਜਾਂਦੀਆਂ ਨੇ। ਬਿਲਕੁਲ ਜੀ। ਆਮ ਤੌਰ ਤੇ ਉੱਤੇ ਜਿਵੇਂ ਇੰਡੀਆ ਦੇ ਵਿੱਚ ਜਿਹੜੇ ਗਰਮ ਮੁਲਕ ਨੇ ਉੱਥੇ ਨਜ਼ਲਾ ਜ਼ੁਕਾਮ ਹੋਇਆ ਜੀ, ਆਪਾਂ ਕਹਿੰਦੇ ਵੀ ਅੱਧੀ ਬਿਮਾਰੀ ਨਿਕਲ ਰਹੀ ਆ ਬਾਹਰ, ਵੀ ਨਿਕਲ ਲੈਣ ਦੇ ਕਈ ਵਿਧਾਰ ਤੇ ਸਿਆਣੇ ਬਜ਼ੁਰਗ ਨੇ ਜਿਹੜੇ ਉਹ ਵੀ ਇਹ ਕਹਿੰਦੇ ਸੀ ਵੀ ਯਾਰ ਨਜ਼ਲਾ ਇਹਨੂੰ ਰੋਕੋ ਨਾ, ਇਹਨੂੰ ਕੱਢ ਦਿਓ, ਕਿਉਂਕਿ ਉਹ ਤੁਹਾਡੇ ਅੰਦਰ ਜਿਹੜਾ ਐਕਸਟਰਾ ਸਿਸਟਮ ਦੇ ਵਿੱਚ ਬੜਿਆ ਹੋਇਆ ਜੀ, ਉਹਨੂੰ ਨਿਕਲ ਜਾਂਦਾ, ਉਹਦੇ ਨਾਲ ਬੰਦਾ ਤੰਦਰੁਸਤ ਵੀ ਹੁੰਦਾ। ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਵੀ ਛਿੱਕ ਤੇ ਜਿਹੜੇ ਢੁਕਾਰ ਆਉਣਾ ਸਿਹਤ ਲਈ ਵਧੀਆ ਹੁੰਦਾ ਹੈਗਾ। ਬਿਲਕੁਲ ਬਿਲਕੁਲ, ਦੋਵੇਂ ਸਿਹਤ ਦਾ ਆਧਾਰ। ਜੀ ਜੀ। ਹੁਣ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਮੁਲਕਾਂ 'ਚ ਇੱਕ ਤਾਂ ਸਾਨੂੰ ਪਸੀਨਾ ਨਹੀਂ ਆਉਂਦਾ ਜੀ ਬਿਲਕੁਲ, ਜਿਹਦੇ ਕਾਰਨ ਸਕਿਨ ਦੀਆਂ ਬਿਮਾਰੀਆਂ ਕਾਫੀ ਨੇ ਜੀ ਬਿਲਕੁਲ। ਖਾਸ ਕਰਕੇ ਤੁਹਾਡੇ ਰੰਗ ਜਿੰਨਾ ਫੇਅਰ ਹੋਏਗਾ ਜੀ, ਉਨੀਆਂ ਇਹ ਡਿਜ਼ੀਜ਼ ਜਿਹੜੀਆਂ ਸਕਿਨ ਦੀਆਂ ਉਨੀਆਂ ਜ਼ਿਆਦਾ ਨੇ। ਉਸ ਤੋਂ ਇਲਾਵਾ ਠੰਡ ਨਾਲ ਰਿਲੇਟਡ ਇਸ ਕਰਕੇ ਕਿਉਂਕਿ ਅਸੀਂ ਕਈ ਵਾਰ ਹੁੰਦਾ ਵੀ ਚੱਲ ਆਪਾਂ ਉੱਥੋਂ ਤੱਕ ਜਾਣਾ, ਇੱਥੋਂ ਨਿਕਲ ਕੇ ਕਾਰ 'ਚ ਬਹਿ ਜਾਣਾ, ਜਦ ਕਿ ਸਾਨੂੰ ਇਹ ਨਹੀਂ ਪਤਾ ਕਿ ਸਾਡੇ ਅੰਦਰ ਜਿਹੜਾ ਟੈਂਪਰੇਚਰ ਕਈ ਵਾਰ 73, 72, 74 ਕੀਤਾ ਹੁੰਦਾ ਜੀ ਬਿਲਕੁਲ। ਜਦੋਂ ਬਾਹਰ ਨਿਕਲਦੇ ਆ -21 ਹੁੰਦਾ, ਵਿਦ ਵਿੰਡ ਚਿੱਲ ਜਾਂ -22 ਵੀ ਹੋ ਸਕਦਾ। ਵੈਸੇ ਅਸੀਂ ਸੋਚਦੇ ਬਾਹਰ -14 ਵਿੰਡ ਚਿੱਲਾਂ -22 ਵੀ ਹੋ ਸਕਦਾ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਅੰਦਰ ਤੇ ਤੁਸੀਂ 74 ਚੋਂ ਨਿਕਲ ਆਏ 74 ਫਾਰਨੀਟ। ਮਤਲਬ ਜੇ ਇੱਥੇ ਕਈ ਵਾਰੀ ਦਰਸ਼ਕ ਥੋੜਾ ਜਿਹਾ ਕਨਫਿਊਜ਼ ਹੋ ਸਕਦੇ ਨੇ ਵੀ 75 ਟੈਂਪਰੇਚਰ ਆ ਜਿਹੜਾ, ਇਹ ਫਾਰਨੀਟ ਦੀ ਗੱਲ ਕਰ ਰਹੇ ਨੇ ਜੀ, ਮਤਲਬ ਜਿਹੜਾ 22 ਡਿਗਰੀ ਟੈਂਪਰੇਚਰ ਸੈਲਸੀਅਸ ਦੇ ਵਿੱਚ 22-23 ਸੈਲਸੀਅਸ ਦੇ ਲਾਗੇ ਜਾ ਕੇ ਹੁੰਦਾ। ਹੁਣ ਉਹਦੇ ਚੋਂ ਤੁਸੀਂ ਪਲੱਸ ਚੋਂ ਨਿਕਲ ਆਏ ਜੀ, ਪਲੱਸ ਚੋਂ ਨਿਕਲ ਕੇ ਇੱਕਦਮ ਮਾਈਨਸ ਦੇ ਵਿੱਚ। ਇਹ ਤਾਂ ਤੁਸੀਂ ਉਹ ਗੱਲ ਕੀਤਾ ਨਾ ਵੀ ਫ੍ਰਿਜ ਤੇ ਜਿਹੜਾ ਉਤਲਾ ਖਾਨਾ ਜਿਹਾ ਹੁੰਦਾ, ਜੇ ਉੱਥੇ -4 ਤੋਂ ਲੈ ਕੇ -10 ਤੱਕ ਹੁੰਦਾ, ਜਦੋਂ ਤੱਕ ਬਰਫ਼ ਜੰਮ ਜਾਂਦੀ, ਤੇ ਉਹਦੇ 'ਚ ਤੁਸੀਂ ਹੱਥ ਪਾ ਕੇ ਤਾਂ ਆਨੰਦ ਲੈ ਰਹੇ ਜੀ। ਇਸ ਕਰਕੇ ਬਿਮਾਰੀਆਂ ਜ਼ਿਆਦਾ ਨੇ ਇੱਥੇ। ਦੂਸਰਾ ਸਭ ਤੋਂ ਵੱਡੀ, ਜਿਵੇਂ ਅਸੀਂ ਗੱਲ ਕੀਤੀ ਸੀ ਕਿ ਕੈਂਸਰ ਦੀ, ਪਹਿਲਾਂ ਤਾਂ ਇਹ ਸੀ ਕਿ ਏਸ਼ੀਅਨ ਕੰਟਰੀ 'ਚ ਖਾਣਾ ਮਾੜਾ ਜਾਂ ਹੋਰ ਗੱਲਾਂ ਕਰਕੇ ਕੈਂਸਰ ਹੁੰਦੀ ਸੀਗੀ ਤੇ ਉਹਦੇ ਰਿਲੇਟਡ ਉੱਥੇ ਇਲਾਜ ਚੱਲਦਾ ਸੀ, ਜਾਂ ਜਿਵੇਂ ਕਹਿੰਦੇ ਸੀ ਐਕਸਪੈਂਸਿਵ ਆ ਜਿਵੇਂ। ਲੇਕਿਨ ਕੌਸ਼ਿਕ ਸਾਹਿਬ ਤੁਸੀਂ ਹੈਰਾਨ ਹੋਵੋਗੇ ਕਿ ਇਹਨਾਂ ਮੁਲਕਾਂ ਦੇ ਵਿੱਚ ਅੱਜ ਦੀ ਡੇਟ ਜਿਹੜੀ ਕੈਂਸਰ ਦੀ ਦਾਇਰਾ ਜੀ ਉਹ ਦਿਨ ਪ੍ਰਤੀ ਦਿਨ ਇਸ ਹਿਸਾਬ ਨਾਲ ਵੱਧ ਰਹੀ ਹੈ ਕਿ ਇਹ ਏਸ਼ੀਅਨ ਕੰਟਰੀਜ਼ ਨੂੰ ਵੀ ਬੀਟ ਕਰਨ ਜਾ ਰਹੇ, ਕਿਉਂਕਿ ਇੱਥੇ ਸਕਿਨ ਦੀ ਕੈਂਸਰ, ਬੋਨ ਕੈਂਸਰ ਹੋਏ, ਸਕਿਨ ਕੈਂਸਰ ਨਹੀਂ ਜੀ, ਜਿਹੜੀ ਮੇਜਰ ਇੱਥੇ ਕੈਂਸਰ ਜਿਹਨੇ ਉਹ ਸਕਿਨ ਦੀਆਂ ਆ, ਯੂਟਰਸ ਦੀ ਕੈਂਸਰ ਆ, ਕੋਲਨ ਦੀ ਕੈਂਸਰ ਆ, ਤੇ ਬ੍ਰੈਸਟ ਕੈਂਸਰ। ਇਸ ਟਾਈਮ ਪਹਿਲਾਂ ਤੇ ਇਹ ਅਸੀਂ ਕਹਿੰਦੇ ਸਾਂ ਕਿ ਗੋਰਿਆਂ 'ਚ ਜ਼ਿਆਦਾ ਆ ਜਾਂ ਦੂਜੀ ਸਪੀਸੀਜ਼ ਜ਼ਿਆਦਾ ਆ, ਲੇਕਿਨ ਹੁੰਦੀ ਹੁਣ ਸਾਡੀ ਏਸ਼ੀਅਨ ਜਿਹੜੇ ਜਿਨ੍ਹਾਂ ਨੂੰ ਅਸੀਂ ਸਾਊਥ ਏਸ਼ੀਅਨ ਕਹਿੰਦੇ ਕੰਟਰੀਜ਼, ਉਹਨਾਂ 'ਚ ਵੀ ਕਾਫੀ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਇਸ ਚੀਜ਼ ਦੀ। ਤੇ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਇਹਦਾ ਇਲਾਜ ਬੜਾ ਸਲੋ ਆ ਜੀ ਬਿਲਕੁਲ। ਇੰਡੀਆ 'ਚ ਨਹੀਂ ਗਏ ਵੀ ਡਾਕਟਰ ਨੇ ਅੱਜ ਆਹ ਟੈਸਟ ਕੀਤਾ, ਕੱਲ੍ਹ ਆਹ ਕੀਤਾ, ਪਰਸੋਂ ਕੀਤਾ। ਇੱਥੇ ਇੱਕ ਟੈਸਟ ਕਰਦੇ ਆ, ਅਗਲੇ ਟੈਸਟ 15 ਦਿਨ ਬਾਅਦ ਜੀ ਬਿਲਕੁਲ, ਅਗਲਾ ਟੈਸਟ 7 ਦਿਨ ਬਾਅਦ। ਕਿਉਂਕਿ ਪਹਿਲਾਂ ਇੱਥੇ ਹੁੰਦਾ ਜੀ, ਜਿਸ ਤਰ੍ਹਾਂ ਹੁਣ ਮੰਨ ਲਓ ਬ੍ਰੈਸਟ ਕੈਂਸਰ ਹੋ ਗਈ ਜੀ, ਇਹ ਕਰਦੇ ਪਹਿਲਾਂ ਮੈਮੋਗ੍ਰਾਮ ਕਰ ਲੈਂਦੇ ਆ ਜੀ, ਫਿਰ ਸਕੈਨ ਕਰ ਲੈਂਦੇ ਆ,
ਫਿਰ ਉਹਦਾ ਬਲੱਡ ਦੇ ਜੇ ਕੋਈ ਟੈਸਟ ਹੁੰਦੇ ਉਹ ਕਰ ਲੈਂਦੇ ਆ ਜੀ ਜੀ। ਉਦੋਂ ਬਾਅਦ ਉਹਦਾ ਜੇ ਕੋਈ ਰੇਡੀਓ ਐਕਟਿਵ ਦਾ ਜਾਂ ਰੇਡੀਓ ਨਿਊਕਲੀਅਰ ਟੈਸਟ ਇਹਨਾਂ ਨੂੰ ਮਤਲਬ ਵੱਖਰੇ ਵੱਖਰੇ, ਤੁਹਾਡਾ ਕਹਿਣ ਦਾ ਮਤਲਬ ਵੀ ਵੱਖਰੇ ਵੱਖਰੇ ਟੈਸਟ ਹੁੰਦੇ ਰਹਿੰਦੇ ਤੇ ਵੱਖ-ਵੱਖ ਟਾਈਮਾਂ ਦੇ ਉੱਤੇ ਹੁੰਦੇ ਨੇ ਤੇ ਉਹਨੂੰ ਵਧਾ ਕੇ ਜਿਹੜੇ ਟੈਸਟ ਮਤਲਬ ਆਪਾਂ ਆਮ ਤੌਰ ਤੇ ਹੁੰਦਾ ਜੀ ਇੰਡੀਅਨ ਲੋਕਾਂ ਨੂੰ ਇਹ ਹੁੰਦਾ, ਜਿਹੜੇ ਇੰਡੀਅਨ ਕਮਿਊਨਿਟੀ ਦੇ ਵਿੱਚ ਇੰਡੀਆ ਦੇ ਵਿੱਚ ਦੇਖਦਾ ਵੀ ਇੱਕ ਵਾਰੀ ਹਸਪੀਟਲ ਗਏ ਡਾਕਟਰਾਂ ਨੇ ਵਿਦਨ 2-3 ਡੇਜ਼ ਸਾਰਾ ਹੀ ਕੰਮ ਕਰ ਦੇਣਾ, ਤੇ ਇੱਥੇ ਤੁਹਾਨੂੰ ਅੱਜ ਆਹ ਕਰਾ ਲਓ, ਹਫ਼ਤੇ ਬਾਅਦ ਆਹ ਕਰਾ ਲਓ, ਮਤਲਬ 2-3 ਮਹੀਨੇ ਵੈਸੇ ਹੀ ਲਮਕਾਈ ਜਾ ਰਹੇ ਨੇ। ਲੈਬਾਂ ਹੀ ਨਹੀਂ ਖਾਲੀ ਇਹਨਾਂ ਕੋਲ, ਜਿਹੜੇ ਇਹਨਾਂ ਦੇ ਰੇਡੀਓਲੋਜਿਸਟ ਨੇ ਨਾ, ਨਹੀਂ ਉਹ ਹੀ ਨਹੀਂ ਅਵੇਲੇਬਲ। ਜਿਵੇਂ ਤੁਸੀਂ ਗੱਲ ਦੱਸਿਆ 2.5 ਨੇ ਜੀ 1000 ਪਿੱਛੇ ਜੀ ਬਿਲਕੁਲ, ਤੇ ਜਦ ਕਿ ਕੈਂਸਰ ਦਾ ਜਿਹੜਾ ਰੇਟ ਆ ਉਹ ਇੱਥੇ ਤਕਰੀਬਨ 1000 ਦੇ ਵਿੱਚੋਂ ਬਹੁਤਾ ਨਹੀਂ ਤੇ 100-150 ਦੇ ਕਰੀਬ ਹੈਗਾ ਆ। ਜੀ ਜੀ 100 ਦੇ ਕਰੀਬ, ਮਤਲਬ ਤਕਰੀਬਨ ਤੁਸੀਂ 0.1% ਲਾ ਲਓ ਤੇ 100 ਚੋਂ 1 ਹੋਵੇ ਤੇ 1000 ਚੋਂ ਉਹਦੇ ਹਿਸਾਬ ਨਾਲ 0.1% ਤੋਂ ਜ਼ਿਆਦਾ ਆ ਇੱਥੇ। ਇਹ 0.1 ਤਾਂ ਬਹੁਤ ਘੱਟ ਗਿਆ ਨਾ, ਇਸ ਤੋਂ ਜ਼ਿਆਦਾ ਆ। ਤੇ ਉਹਦਾ ਸਭ ਤੋਂ ਵੱਡੀ ਜਿਹੜੀ ਦਿੱਕਤ ਇਹ ਆਉਂਦੀ ਕਿ ਜਦੋਂ ਇੱਕ ਲੰਬੀ ਲਾਈਨ ਸ਼ੁਰੂ ਹੋ ਜਾਂਦੀ ਨਾ, ਕਿ ਮੰਨ ਲਓ ਇਹਦਾ ਇਲਾਜ ਹਫ਼ਤਾ ਡਿਲੇ ਹੋਇਆ, ਦੂਜੇ ਦਾ ਅਗਲੇ ਦਾ 15 ਦਿਨ ਡਿਲੇ ਹੋਇਆ, ਅਗਲੇ ਦਾ 15 ਦਿਨ। ਕੁਝ ਕੈਂਸਰ ਦੇ ਕੇਸ ਮੈਂ ਇਹ ਵੀ ਮੇਰੇ ਨੋਨ ਦੇ ਵਿੱਚ ਵੇਖੇ ਨੇ ਜਿਨ੍ਹਾਂ ਨੂੰ ਪਿਛਲੇ 6-6 ਮਹੀਨੇ 5-5 ਮਹੀਨੇ ਤੋਂ ਟ੍ਰੀਟਮੈਂਟ ਲਈ ਹੀ ਡਿਲੇ ਕੀਤਾ ਗਿਆ ਤੇ ਉਹ ਡਿਲੇ ਕਰਦੇ ਉਹਨਾਂ ਦੀ ਹਾਲਤ ਵੀ ਖਰਾਬ ਹੋਈ। ਇਹ ਤੇ ਇੱਕ ਸੀਗੀ ਡਿਜ਼ੀਜ਼। ਕਾਰਡੀਓਲੋਜੀ ਸੇਮ ਪ੍ਰੋਬਲਮ ਹੈ ਜੀ ਬਿਲਕੁਲ। ਸਭ ਤੋਂ ਐਮਰਜੈਂਸੀ ਵਾਲੇ ਕੇਸ ਹੁੰਦੇ ਆ ਉਹਦੇ ਵਿੱਚ। ਤੁਸੀਂ ਪਹਿਲਾਂ ਤੇ ਇਹ ਸੀ ਨਾ ਵੀ 60-65 ਸਾਲ ਤੋਂ ਬਾਅਦ ਇਹ ਬਿਮਾਰੀਆਂ ਬਿਲਕੁਲ ਜੀ। ਆਮ ਤੌਰ ਤੇ ਜੇ ਬੁਢਾਪੇ ਦੇ ਵਿੱਚ ਜਾ ਕੇ ਆਪਾਂ ਕਹਿੰਦੇ ਵੀ ਹੁਣ ਥੋੜ੍ਹੀਆਂ ਬਿਮਾਰੀਆਂ ਲੱਗ ਗਈਆਂ, ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਪਰ ਹੁਣ ਪ੍ਰੋਬਲਮ ਇਹ ਜਿਹੜੀ ਬੱਚਿਆਂ ਤੋਂ ਲੈ ਕੇ ਸਾਰਿਆਂ ਤੱਕ ਆਉਣੀ ਸ਼ੁਰੂ ਹੋਈ, ਕਿਉਂਕਿ ਅਸੀਂ ਸਾਡੀ ਕਮਿਊਨਿਟੀ 'ਚ ਵੀ ਦੇਖਿਆ ਕਿ ਕਾਫੀ ਡੈਥਸ ਹੋਈਆਂ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਜੀ ਕਿ ਉਹਨੂੰ ਹਾਰਟ ਅਟੈਕ ਹੋ ਗਿਆ ਜੀ। ਨੌਜਵਾਨ ਬੱਚਿਆਂ ਨੂੰ 18, 22, 23 ਸਾਲ ਦੇ ਬੱਚਿਆਂ ਨੂੰ ਹਾਰਟ ਅਟੈਕ ਹੋਣਾ ਇੱਕ ਆਪਣੇ ਆਪ ਦੇ ਵਿੱਚ ਸਿਸਟਮ ਦੇ ਉੱਤੇ ਸਵਾਲ ਖੜਾ ਕਰਦਾ ਹੈ। ਬਿਲਕੁਲ ਜੀ। ਉਹਦੇ ਵਿੱਚ ਕਈ ਤਰ੍ਹਾਂ ਦੀ ਚਲੋ ਸਵਾਲ ਵੀ ਆਏ, ਉਹ ਕਿਸੇ ਦਿਨ ਬਾਅਦ ਟੌਪਿਕ ਡਿਸਕਸ ਕਰਾਂਗੇ ਕਿ ਉਹਦੇ ਵਿੱਚ ਡਰੱਗਸ ਦੇ ਕੇਸ ਵੀ ਆ ਜਾਂਦੇ ਆ। ਉਹਦੇ ਵਿੱਚ ਖਾਣ ਪੀਣ ਦੇ ਵਿੱਚ ਕਈ ਵਾਰ ਬੱਚਿਆਂ ਦੀ ਕੱਪੜੇ ਪਾਉਣ ਵਿੱਚ ਸਾਰਾ ਅਣਗਹਿਲੀ ਆ ਜਾਂਦੀ। ਲੇਕਿਨ ਆਪਾਂ ਮੇਨ ਅੱਜ ਗੱਲ ਕਰ ਰਹੇ ਕਿ ਸਾਡੇ ਸਿਸਟਮ ਦੇ ਵਿੱਚ ਕਾਫੀ ਕੁਝ ਹੌਲੀ ਲੂਜ ਹੁੰਦਾ ਜਾ ਰਿਹਾ ਜੀ ਬਿਲਕੁਲ। ਇਹ ਕੰਮ ਤੇ ਸੀਗਾ ਸਾਡੇ ਪੋਲੀਟੀਸ਼ੀਅਨਸ ਦਾ ਜੀ, ਵੀ ਰੌਲਾ ਪਾਉਣ ਪਾਰਲੀਮੈਂਟ 'ਚ ਜਾ ਕੇ ਵੀ ਭਾਈ ਸਾਹਿਬ ਜੇ ਤੁਸੀਂ ਮੰਨ ਲਓ, ਕਿਉਂਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਇਮੀਗ੍ਰੇਸ਼ਨ ਬੰਦ ਕਰੋ, ਅਸੀਂ ਕਹਿੰਦੇ ਕਿ ਵੱਧ ਤੋਂ ਵੱਧ ਸੱਦੋ ਜੀ, ਲੇਕਿਨ ਦੋ ਵੀ ਕੋਈ। ਬਿਲਕੁਲ ਜੀ। ਤੁਸੀਂ ਪੋਲੀਟੀਸ਼ੀਅਨਾਂ ਦੀ ਗੱਲ ਕਰਦੇ ਹੋ, ਜਿਹੜੇ ਪੋਲੀਟੀਸ਼ੀਅਨ ਨੇ ਜੀ ਪਹਿਲਾਂ ਇਹ ਲੋਕਾਂ ਲਈ ਕੰਮ ਕਰਦੇ ਸੀ, ਅੱਜ ਇਹ ਵੋਟਾਂ ਲਈ ਕੰਮ ਕਰਦੇ ਨੇ। ਬਿਲਕੁਲ, ਕਿਉਂਕਿ ਪਹਿਲਾਂ ਇਹਨਾਂ ਨੂੰ ਹੁੰਦਾ ਸੀ ਲੋਕਾਂ ਦੀ ਕੁਛ ਨਾ ਕੁਛ ਸੁਣਦੇ ਰਹਿੰਦੇ ਸੀ, ਜਿਹੜੇ ਅੱਜ ਤੋਂ ਮਤਲਬ ਲਾ ਲਓ 5-10 ਸਾਲ ਪਹਿਲਾਂ ਲਾ ਲਓ, ਪਰ ਅੱਜ ਦੀ ਡੇਟ ਦੇ ਵਿੱਚ ਸਿਰਫ ਇਹ ਵੋਟਾਂ ਲਈ ਕੰਮ ਕਰਦੇ ਨੇ। ਵੋਟਾਂ ਲਈ ਕੰਮ ਕਰਦੇ ਹੈਗੇ ਨੇ, ਲੋਕਾਂ ਲਈ ਨਹੀਂ ਕੰਮ ਕਰਦੇ ਹੈਗੇ। ਜਦ ਕਿ ਇਹਨਾਂ ਨੂੰ ਸੋਚਣਾ ਚਾਹੀਦਾ ਹੈਗਾ ਵੀ ਲੋਕਾਂ ਨੂੰ ਸਿਹਤ ਸੇਵਾਵਾਂ ਅਸੀਂ ਜਿਹੜੇ ਜੇ ਇੱਥੇ 4 ਲੱਖ ਬੰਦੇ, ਜੋ ਹੁਣ ਪਿੱਛੇ ਜੇ ਸੀਗਾ ਵੀ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤਾ ਜਾਂ ਇਮੀਗ੍ਰੇਸ਼ਨ ਮਿਨਿਸਟਰ ਨੇ ਗੱਲ ਕਰੀ ਹੈਗੀ ਆ, ਜਿਹੜੀ ਮੌਜੂਦਾ ਸਰਕਾਰ ਆ, ਵੀ ਅਸੀਂ 4 ਲੱਖ ਬੰਦਾ 1 ਸਾਲ ਦੇ ਵਿੱਚ ਅਸੀਂ ਬੁਲਾਵਾਂਗੇ। ਦੇਖੋ ਜਿਹੜੀ ਪਹਿਲੀ ਘਾਟ ਮਹਿਸੂਸ ਹੋ ਰਹੀ ਹੈ ਵੀ 2.5 ਡਾਕਟਰ ਨੇ 1000 ਬੰਦੇ ਪਿੱਛੇ, ਐਵਰੇਜ ਦੇ ਵਿੱਚ 2.4 ਦੀ ਜਿਹੜੀ ਡਾਟਾ ਆਇਆ ਹੈਗਾ। ਤੇ ਜੇ 4 ਲੱਖ ਬੰਦਾ ਬੁਲਾ ਰਹੇ ਨੇ ਜੀ, ਅਪਰੋਕਸੀਮੇਟਲੀ 3000 ਡਾਕਟਰ ਚਾਹੀਦਾ ਉਹਨਾਂ ਨੂੰ ਦੇਖ ਰੇਖ ਲਈ। ਬਿਲਕੁਲ, ਕਿਉਂਕਿ ਜਦ ਬੰਦਾ ਇੱਥੇ ਆਉਂਦਾ ਸਟ੍ਰੈਸ ਦੇ ਵਿੱਚ ਤਾਂ ਵੈਸੇ ਹੀ ਰਹਿੰਦਾ ਜੀ ਉਹ, ਕਿਉਂਕਿ ਉਹਨੂੰ 24 ਘੰਟੇ ਕੰਮ ਦੇ ਵਿੱਚ ਜਦ ਬੰਦੇ ਨੂੰ ਨੀਂਦ ਨਹੀਂ ਪੂਰੀ ਹੋਣੀ, ਕੋਈ ਨਾ ਕੋਈ ਬਿਮਾਰੀਆਂ ਤਾਂ ਉਹਨੂੰ ਲੱਗਣੀ ਹੀ ਨੇ। ਬਿਲਕੁਲ ਜੀ। ਇੱਥੇ 3-4 ਤਰ੍ਹਾਂ ਦੇ ਸਾਡੇ ਜਿਹੜੇ ਅਸੀਂ ਕਹਿੰਦੇ ਕਿ ਈਜ਼ੀਲੀ ਅਪਰੋਚੇਬਲ ਸਾਡੇ ਕੰਮ ਨੇ ਜੀ। ਬੱਚੇ ਆਉਂਦੇ ਨੇ ਪੀਜੇ ਤੇ ਲੱਗ ਜਾਂਦੇ ਨੇ ਜੀ। ਬਿਲਕੁਲ। ਦੂਸਰਾ ਕੰਮ ਹੁੰਦਾ ਟੈਕਸੀ ਦਾ, ਜੇ ਤਾਂ ਮਹੀਨਾ 1.5 ਮਹੀਨਾ 2 ਮਹੀਨੇ ਦੀ ਪ੍ਰੋਸੈਸ ਹੈ ਜੀ, ਲਾਇਸੈਂਸ ਲੈ ਲਓ, ਲਾਇਸੈਂਸ ਲੈਣ ਤੋਂ ਬਾਅਦ ਟੈਕਸੀ ਦਾ ਜੀ। ਤੀਸਰਾ ਟਰੱਕਿੰਗ ਦਾ ਜੀ। ਚੌਥਾ ਸਾਨੂੰ ਇਹ ਹੁੰਦਾ ਕਿ ਕੋਈ ਵੀ ਸਟੋਰ ਹੈ ਜਿਹੜਾ ਕਿਸੇ ਦਾ ਉੱਤੇ ਲੱਗ। ਹੁਣ ਜਿੱਥੇ ਵੀ ਤੁਸੀਂ ਲੱਗੋਗੇ ਕੰਮ ਕਰੋਗੇ ਉਹਦੇ ਵਿੱਚ ਹੁੰਦਾ, ਖਾਸ ਕਰਕੇ ਬੱਚਿਆਂ ਦੀ ਗੱਲ ਕਰਾਂਗਾ ਕਿਉਂਕਿ ਬੱਚੇ ਨੇ ਪੜ੍ਹਨਾ ਵੀ ਜੀ। ਐਟਲੀਸਟ ਮਿਨੀਮਮ ਹਫਤੇ 'ਚ 2 ਜਾਂ 3 ਦਿਨ ਤੇ ਕਲਾਸਾਂ ਲੱਗਦੀਆਂ ਹੋਣਗੀਆਂ ਨਾ। ਬਿਲਕੁਲ ਜੀ। ਬੱਚਿਆਂ ਨੂੰ ਦੇਖੋ ਆਪਣੇ ਖਰਚੇ ਚਲਾਉਣ ਲਈ ਉਹਨਾਂ ਨੂੰ ਵੱਖ-ਵੱਖ ਕੰਮ ਕਰਨਾ, ਬੇਟਾਈਮੇ ਕੰਮ ਕਰਨੇ ਪੈਂਦੇ ਨੇ। ਕਈ ਵਾਰੀ ਬੱਚਾ ਹੁੰਦਾ ਵੀ ਉਧਰੋਂ ਕਲਾਸ ਜਾ ਰਿਹਾ ਜੀ, ਉਦੋਂ ਬਾਅਦ ਉਹਦੇ ਕੋਲ ਅੱਧੇ ਪੌਣੇ ਘੰਟੇ ਦੀ ਡਰਾਈਵ ਆ, ਹੋ ਸਕਦਾ ਕਈਆਂ ਕੋਲ ਸਾਧਨ ਹੁੰਦੇ ਨੇ ਜਾਂ ਨਹੀਂ ਹੁੰਦੇ, ਕੋਈ ਬੱਸ ਚੜ੍ਹ ਕੇ ਜਾਂਦਾ, ਕੋਈ ਟੈਕਸੀ ਕਰਕੇ ਜਾਂਦਾ, ਕੋਈ ਉਬਰ ਕਰਕੇ ਜਾਂਦਾ, ਮਤਲਬ ਕੰਮ ਦੇ ਉੱਤੇ ਪਹੁੰਚਦੇ ਨੇ। ਉਹਨਾਂ ਨੂੰ ਮਤਲਬ ਫਿਕਰ ਆਪਣੀਆਂ ਫੀਸਾਂ ਦਾ ਹੁੰਦਾ ਜੀ, ਕਿਉਂਕਿ ਫੀਸਾਂ ਤੇ ਖਰਚੇ ਵੀ ਉਹ ਬੱਚੇ ਨੇ ਕੱਢਣੇ ਹੁੰਦੇ। ਇਸ ਕਰਕੇ ਉਹ ਜਿਹੜਾ ਇੰਡੀਆ ਦੇ ਵਿੱਚ ਸਿਸਟਮ ਸੀ ਵੀ ਸਵੇਰੇ ਉੱਠੋ ਜੀ, ਕੰਮ ਤੇ ਜਾਓ, ਸ਼ਾਮ ਨੂੰ ਘਰੇ ਆਓ, ਆਰਾਮ ਨਾਲ 8-10 ਘੰਟੇ ਸੌਵੋ। ਤੇ ਇੱਥੇ ਮੈਨੂੰ ਨਹੀਂ ਲੱਗਦਾ ਹੈ ਕੋਈ ਬੰਦਾ 3-4 ਘੰਟੇ ਵੀ ਕੰਟੀਨਿਊ ਆਰਾਮ ਦੀ ਜ਼ਿੰਦਗੀ ਸਿਆਉਂਦਾ ਹੋਵੇ। ਸਭ ਤੋਂ ਵੱਡੀ ਗੱਲ ਦਰਸ਼ਕੋ ਮੈਂ ਇਹ ਕਹਾਂਗਾ ਕਿ ਕਿਉਂਕਿ ਸਾਡੇ ਜਿੰਨੇ ਵੀ ਬੱਚੇ ਆਏ ਨੇ ਉਹਨਾਂ ਨੂੰ, ਜਾਂ ਜਿਹੜੇ PR ਆਏ ਨੇ, ਜਾਂ ਜਿਹੜੇ ਇੱਥੋਂ ਦੇ ਸਿਟੀਜ਼ਨ ਵੀ ਨੇ ਜੀ, ਸਟ੍ਰੈਸ ਥੋੜੀ ਜਿਹੀ ਘੱਟ ਲਓ, ਕਿਉਂਕਿ ਬੱਚਿਆਂ ਦਾ ਸਟ੍ਰੈਸ ਇਸ ਕਰਕੇ ਜ਼ਿਆਦਾ ਹੋ ਜਾਂਦੀ। ਜਦੋਂ ਅਸੀਂ ਇੰਡੀਆ ਤੋਂ ਬੱਚੇ ਇੱਧਰ ਆਉਂਦੇ ਨੇ, ਸਾਰੇ ਮਾਪਿਆਂ ਦੀ ਇੱਕ ਕੋਸ਼ਿਸ਼ ਹੁੰਦੀ ਹੈ ਜੀ, ਕਾਕਾ ਆ ਤੇਰੀ ਫੀਸ ਭਰਤੀ ਔਖਾ ਸੌਖਾ ਹੋ ਕੇ ਬਾਕੀ ਦੀ ਪੂਰੀ ਕਰੀ। ਜਦ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਜਿਹੜੀ ਮਿਨੀਮਮ ਵੇਜਸ ਚਲੋ ਹੁਣ ਤੇ ਥੋੜੀਆਂ ਵਧੀਆਂ ਨੇ, ਪਹਿਲਾਂ 11-12 ਸੀਗੀ। ਕਾਲ ਲੈ ਲਓ, ਫਿਰ ਉਸ ਤੋਂ ਬਾਅਦ ਆਪਾਂ ਗੱਲ ਕੰਟੀਨਿਊ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਡੀਸੀ ਬੋਲ ਰਿਹਾ ਸੀਗਾ ਜੀ।
ਮੈਂ ਆਪਣੇ ਐਂਬਰ ਟ੍ਰੇਲ ਤੇ ਐਂਬਰ ਗੇਟ ਜਿਹੜਾ ਏਰੀਆ ਹੈਗਾ ਆਪਣੇ ਇਸ ਬੰਨੇ ਉਹਦੇ ਰਿਲੇਟਡ ਗੱਲ ਕਰਨੀ ਚਾਹੁੰਦੇ ਸੀਗੇ ਅਸੀਂ ਐਜ਼ ਅ ਗਰੁੱਪ। ਲਾਈਕ ਇੱਧਰ ਬੱਸ ਸਰਵਿਸਿਜ਼ ਦੀ ਬੜੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਜੀ ਸਟੂਡੈਂਟ ਬੱਚੇ ਨੇ ਠੰਡ ਦੇ ਵਿੱਚ ਖੜੇ ਰਹਿੰਦੇ ਨੇ, ਕਿੰਨੀ ਕਿੰਨੀ ਦੇਰ ਬੱਸ ਨਹੀਂ ਆਉਂਦੀ। ਬਿਲਕੁਲ ਜੀ ਬਿਲਕੁਲ। ਤੇ ਉਹਦੇ ਬਾਰੇ ਤੁਸੀਂ ਇਹਨੂੰ ਫਾਰਵਰਡ ਕਰੋ ਜੀ ਕਿ ਗਵਰਨਮੈਂਟ ਨੂੰ, ਲੋਕਲ ਗਵਰਨਮੈਂਟ ਨੂੰ ਤੇ ਕੋਈ ਐਕਸ਼ਨ ਲੈਣ। ਤੇ ਇੱਕ ਰੋਡਾਂ ਦਾ ਬਹੁਤ ਬੁਰਾ ਹਾਲ ਹੈਗਾ ਜੀ। ਜੀ ਬਿਲਕੁਲ, ਇਹ ਤਾਂ ਪੂਰੇ ਵਿਨੀਪੈਗ ਦੇ ਵਿੱਚ ਹੀ ਹੈ ਜੀ। ਜੀ ਅਕਸਰ ਅਸੀਂ ਸੌਲਟ ਨਹੀਂ ਪਾ ਰਹੇ ਹੈਗੇ। ਬਿਲਕੁਲ ਜੀ, ਅਸੀਂ ਅਕਸਰ ਇਸ ਆਪਣੇ ਸਟੂਡੀਓ ਦੇ ਤੋਂ ਇਹਨਾਂ ਚੀਜ਼ਾਂ ਬਾਰੇ ਅਸੀਂ ਗੱਲ ਕਰਦੇ ਰਹਿੰਦੇ ਹਾਂ। ਸਿਟੀ ਤੱਕ ਵੀ ਅਸੀਂ ਗੱਲ ਪਹੁੰਚਾਉਂਦੇ ਰਹਿੰਦੇ ਹਾਂ, ਜਿਹਦੇ ਵਿੱਚ ਤੁਸੀਂ ਬੱਸ ਸਰਵਿਸਿਜ਼ ਦੀ ਗੱਲ ਕਰ ਰਹੇ ਹੋ। ਐਂਬਰ ਗੇਟਸ ਦੇ ਵਿੱਚ ਵੀ ਲੋਕਾਂ ਵੱਲੋਂ ਜਿਹੜੇ ਹੁਣ ਪਿੱਛੇ ਜਿਹੇ ਧਰਨੇ ਲਾਏ ਗਏ ਸੀ, ਉੱਥੇ ਤਾਂ ਬੱਸਾਂ ਚੱਲੀਆਂ ਹੈਗੀਆਂ ਨੇ। ਹੁਣ ਜਿਹੜੇ ਬੱਸਾਂ ਦੀ ਜਿਹੜੀ ਨਵੇਂ ਏਰੀਏ ਬਣੇ ਜਿਹੜੇ ਆਪਣੇ, ਜਿਸ ਤਰ੍ਹਾਂ ਕੈਸਲਬਰੀ ਹੈ, ਬਿਲਕੁਲ ਜੀ ਕੈਸਲਬਰੀ ਹੈਗੀ ਆ, ਅਰੋਰਾ ਹੋਮਸ ਹੈਗੀ ਆ, ਉੱਥੋਂ ਦੇ ਦੇਖਦੇ ਰਹਿਣੇ ਅਕਸਰ ਗੁਰਦੁਆਰਾ ਸਾਹਿਬ ਦੇ ਕੋਲੇ ਬੱਚੇ ਤੁਰਦੇ ਨੇ ਜਾ ਕੇ ਉਧਰੋਂ ਆਪਣੇ ਇੰਗਸਟਰ ਦੇ ਨੇੜੇ ਤੇੜੇ ਜਾ ਕੇ ਜਿਹੜੀ ਬੱਸ ਲੈਂਦੇ ਨੇ। ਤੁਹਾਡੀ ਗੱਲ ਜ਼ਰੂਰ ਪਹੁੰਚਾਵਾਂਗੇ ਸਿਟੀ ਕੋਲੇ। ਥੈਂਕ ਯੂ ਜੀ। ਬਿਲਕੁਲ। ਇੱਕ ਰੋਡਸ ਦਾ ਵੀ ਦੇਖੋ ਵੀ ਸਾਲਟ ਨਹੀਂ ਪਾਉਂਦੇ ਇੱਥੇ ਆਪਣੇ ਸਿਟੀ ਦੇ ਵਿੱਚ, ਤੇ ਨੁਕਸਾਨ ਬਹੁਤ ਹੁੰਦਾ ਜਿੱਥੇ ਸਟਾਪ ਸਾਈਨ ਵਗੈਰਾ ਹੈ। ਜੀ ਬਿਲਕੁਲ ਜੀ। ਅਕਸਰ ਲੋਕਾਂ ਦੇ ਐਕਸੀਡੈਂਟ ਆਮ ਤੌਰ ਦੇ ਉੱਤੇ ਦੇਖਣ ਨੂੰ ਮਿਲਦੇ ਨੇ। ਇਹ ਵੀ ਗੱਲ ਜ਼ਰੂਰ ਜੀ ਅਸੀਂ ਤੁਹਾਡੀ ਆਵਾਜ਼ ਜ਼ਰੂਰ ਸਿਸਟਮ ਤੱਕ ਪਹੁੰਚਾਵਾਂਗੇ, ਉਹਨਾਂ ਦੇ ਕੰਨਾਂ ਦੇ ਉੱਤੇ ਜ਼ਰੂਰ ਮਤਲਬ ਇੱਕ ਤਰ੍ਹਾਂ ਨਾਲ ਕੰਨੀ ਪੈਂਦੀ ਗੱਲ ਕਰਾਂਗੇ ਜੀ, ਇਹਦੇ ਉੱਤੇ ਐਕਸ਼ਨ ਜ਼ਰੂਰ ਦਵਾਵਾਂਗੇ ਜੀ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਬਹੁਤ ਜੀ। ਹਾਂਜੀ ਕੋਚ ਸਾਹਿਬ, ਜਿਵੇਂ ਉਹਨਾਂ ਨੇ ਗੱਲ ਕਹੀ ਹੈ ਜੀ, ਗੱਲ ਤੇ ਫਿਰ ਉੱਥੇ ਆ ਜਾਂਦੀ, ਜਿਵੇਂ ਮੈਂ ਥੋੜੇ ਦਿਨ ਪਹਿਲਾਂ ਤੁਸੀਂ ਮੇਰੀ ਵੀਡੀਓ ਵੀ ਇੱਕ ਦੇਖੀ ਸੀਗੀ। ਜੀ ਬਿਲਕੁਲ। ਵੀ ਚਾਹੇ ਲੀਡਰ ਹੋਣ ਇੰਡੀਆ ਦੇ, ਜੀ ਚਾਹੇ ਪਾਕਿਸਤਾਨ ਦੇ, ਚਾਹੇ ਕੈਨੇਡਾ ਦੇ ਹੋਣ, ਚਾਹੇ ਕੈਨੇਡਾ ਦੇ ਹੋਣ, ਸਾਰਿਆਂ ਦਾ ਹਾਲ ਨਾ ਉਸ ਤੋਕੜ ਮੱਝ ਵਰਗਾ ਆ। ਬਿਲਕੁਲ। ਚਾਹੇ ਸਾਰੇ ਪਿੰਡ ਦੇ ਪੱਠੇ ਖਾ ਲਓ, ਦੁੱਧ ਆਪਣੇ ਟੱਬਰ ਜੋਗਾ ਦੇਣਾ ਜੀ। ਬਿਲਕੁਲ ਜੀ, ਆਮ ਤੌਰ ਦੇ ਉੱਤੇ ਲੀਡਰਾਂ ਦਾ ਹੁੰਦਾ ਹੀ ਹੈ ਜੀ। ਪਿੱਛੇ ਬੈਕ ਹੋਮ ਦੇ ਵਿੱਚ ਵੀ ਆਪਾਂ ਦੇਖਦੇ ਹਾਂ, ਉੱਥੇ ਵੀ ਆਪਣੇ ਦੇ ਕੀਤਾ ਜਾਂਦਾ, ਇੱਥੇ ਵੀ ਆਪਣਾ ਤੇ ਕੀਤਾ ਜਾਂਦਾ। ਆਮ ਤੌਰ ਦੇ ਉੱਤੇ ਇਹ ਦੇਖਣ ਨੂੰ ਮਿਲ ਰਿਹਾ ਜੀ ਇੱਥੇ। ਹਾਂਜੀ, ਲੇਕਿਨ ਇਹ ਹੈ ਨਾ, ਜਿਵੇਂ ਹੁਣ ਅਸੀਂ ਕਹਿ ਦਿੰਦੇ ਜਿਹੜੇ ਘੱਟੋ ਘੱਟ ਸਾਡੇ ਆਪਣੇ ਨੇ, ਜਿਹੜੇ ਪੰਜਾਬੀ ਨੇ, ਜਾਂ ਇਉਂ ਕਹਿ ਲਈਏ ਕਿ ਜਿਹੜੇ ਫਿਲੀਪੀਨ ਤੋਂ ਰਿਪਰੈਜ਼ੈਂਟ ਕਰਦੇ ਨੇ, ਜਾਂ ਹੋਰ ਵੀ ਕਿਸੇ ਜਿਹੜੇ ਸਾਊਥ ਏਸ਼ੀਅਨ ਜਿਸ ਏਰੀਏ 'ਚ ਤੁਸੀਂ ਚੁਣੇ ਗਏ ਜੀ, ਉੱਥੇ ਤਕਰੀਬਨ ਤੁਹਾਡੀ ਹੀ ਕਮਿਊਨਿਟੀ ਜ਼ਿਆਦਾ। ਬਿਲਕੁਲ ਜੀ। ਤੇ ਘੱਟੋ ਘੱਟ ਉਹਨਾਂ ਦੀ ਆਵਾਜ਼ ਤੇ ਉਠਾਓ ਵੀ ਭਾਈ ਬੱਚਿਆਂ ਨੂੰ ਬੱਸ ਇੱਕ ਮੰਨ ਲਓ ਘਰ ਤੋਂ ਅੱਧਾ ਕਿਲੋਮੀਟਰ ਤੇ। ਦੂਸਰੀ ਗੱਲ, ਇੱਥੇ 25 ਮਿੰਟ ਬਾਅਦ ਇੱਕ ਬੱਸ ਆ ਜੀ, ਤੇ ਜਿੱਦਣਾ ਮੌਸਮ ਖਰਾਬ ਹੁੰਦਾ 30-35 ਮਿੰਟ ਬਾਅਦ ਹੋ ਜਾਏ ਜੀ। ਬਿਲਕੁਲ। ਇੱਕ ਬੱਸ ਮਿਸ ਹੋ ਗਈ, ਉਹ ਬੱਚਾ 1 ਘੰਟਾ ਲੇਟ ਹੋ ਗਿਆ। ਬਿਲਕੁਲ ਜੀ। ਤੇ ਉਹਦੀ 1 ਘੰਟੇ ਦੀ ਜੌਬ ਵੀ ਜਾ ਸਕਦੀ ਹੈ, ਉਹਦੀ 1 ਘੰਟੇ ਦੀ ਸਟੱਡੀ ਵੀ ਹੈ ਜਿਹੜੀ ਉਹ ਸਟ੍ਰੈਸ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਸਾਰੀ ਉਹਦੇ 'ਚ ਆ ਗਈ। ਹੁਣ ਮੰਨ ਲਓ ਸਟਾਪ ਸਾਈਨ ਆ, ਬੱਚੇ ਨੇ ਕਾਰ ਲਈ, ਉਹਨੇ ਵਿਚਾਰੇ ਨੇ ਕਿਸ਼ਤਾਂ ਤੇ ਲਈ ਆ, ਜਾਂ PR ਵਾਲੇ ਬੰਦੇ ਨੇ ਕਾਰ ਲਈ, ਮੇਰੇ ਵਰਗੇ ਦੇ ਬੰਦੇ ਨੇ ਕਾਰ ਲਈ ਆ। ਹੁਣ ਮੈਂ ਕਿਹੜਾ ਵੀ ਬਹੁਤ ਸੌਖਾ ਵੀ 2 ਕਾਰਾਂ ਇੱਕ ਅੱਧੀ ਰੋਜ਼ ਹਫ਼ਤੇ 'ਚ ਠੋਕ ਕੇ ਤੇ ਮੁੜ ਕੇ ਨਵੀਂ ਲੈ ਲਿਆ ਕਰਾਂ। ਦੂਸਰੀ ਗੱਲ, ਇੱਥੇ ਪ੍ਰੋਸੈਸ ਬੜੀ ਲੰਮੀ ਆ। ਜੇ ਕਾਰ ਤੁਹਾਡੀ ਲੱਗ ਗਈ, MPI ਨੇ ਕਹਿਣਾ ਜੀ 15 ਦਿਨਾਂ ਬਾਅਦ ਇਵੈਲੂਏਸ਼ਨ ਹੋਊਗੀ। ਫਿਰ ਵੀ ਗੱਲ ਕਰੋ ਜੀ 15 ਦਿਨ ਦੀ। ਮੇਰਾ ਪਿੱਛੇ ਜੇ ਐਕਸੀਡੈਂਟ ਹੋਇਆ ਤਾਂ ਮੈਨੂੰ 2 ਮਹੀਨੇ ਦੀ ਅਪਾਇੰਟਮੈਂਟ ਮਿਲ ਰਹੀ ਸੀ ਸਿਰਫ ਚੈੱਕ ਕਰਾਉਣ ਦੀ MP ਨੂੰ। ਮੈਂ ਵਿਨੀਪੈਗ ਤੋਂ 60 ਕਿਲੋਮੀਟਰ ਦੂਰ ਖੁਦ ਆਪ ਜਾ ਕੇ ਉੱਥੇ ਆਪਣੀ ਗੱਡੀ ਚੈੱਕ ਕਰਾਂ, ਕਿਸੇ ਬੰਦੇ ਨੇ ਪਿੱਛੋਂ ਹਿੱਟ ਕਰਤੀ ਸੀ। ਚਲੋ ਉਹ ਗੱਲ ਇਹ ਹੈ ਜੀ ਵੀ ਜਿਹੜੇ ਨਵੇਂ ਸਟੂਡੈਂਟ ਆ ਰਹੇ ਨੇ, ਜਾਂ ਨਵੇਂ ਬੰਦੇ PR ਜਾਂ ਕਿਸੇ ਹੋਰ ਪ੍ਰੋਵਿੰਸ ਦੇ ਉੱਤੋਂ, ਵਿਨੀਪੈਗ ਦੇਖੋ ਪਿਛਲੇ ਥੋੜੇ ਟਾਈਮ ਦੇ ਵਿੱਚ ਕਾਫੀ ਗਰੋ ਕੀਤਾ। ਸਟੂਡੈਂਟ ਇੱਕ ਪੱਕੇ ਹੋਣ ਲਈ ਇੱਥੇ ਜਿਹੜੇ ਆ ਰਹੇ ਨੇ, ਚਾਹੇ ਕੋਈ ਵੈਨਕੂਵਰ ਤੋਂ ਆ ਰਿਹਾ, ਟੋਰਾਂਟੋ ਤੋਂ ਆ ਰਿਹਾ, ਕਿਉਂਕਿ ਉੱਥੇ ਰੋਡਸ ਨੇ ਥੋੜੀਆਂ ਵੱਡੀਆਂ ਨੇ, ਵਾਈਡ ਨੇ, ਆਮ ਤੌਰ ਤੇ ਸਾਫ਼ ਰਹਿੰਦੀ ਹੈਗੇ ਨੇ। ਵਿਨੀਪੈਗ ਦੇ ਵਿੱਚ ਥੋੜਾ ਜਿਹਾ ਰਿਸਕੀ ਆ। ਇੱਕ ਗੱਲ ਵਿਨੀਪੈਗ ਲਈ ਹੋਰ ਵੀ ਮਸ਼ਹੂਰ ਆ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ, ਜਿਹੜਾ ਬੰਦਾ ਕਹਿੰਦੇ ਵਿਨੀਪੈਗ ਦੇ ਵਿੰਟਰ ਦੇ ਵਿੱਚ ਚਲਾ ਗਿਆ, ਉਹ ਦੁਨੀਆ 'ਚ ਕਿਤੇ ਵੀ ਗੱਡੀ ਚਲਾ ਸਕਦਾ ਹੈਗਾ। ਜੀ। ਨਾਲੇ ਸਭ ਤੋਂ ਵੱਡੀ ਗੱਲ ਜੇ, ਕਿਉਂਕਿ ਜਿਵੇਂ ਮੈਂ ਟੈਕਸੀ ਵੀ ਚਲਾਈ, ਯੂਨੀਵਰਸਿਟੀ ਵੀ, ਟਰੱਕ ਵੀ ਚਲਾਇਆ ਜੀ। ਟਰੱਕ ਜਾਂ ਟੈਕਸੀ ਦੀ ਮਤਲਬ ਕਿ ਅਸੀਂ ਇੱਕ ਉਦੋਂ ਤੇ ਦੱਸ ਦਿੰਦੇ ਆ ਵੀ ਭਾਈ ਸਾਹਿਬ ਜੇ ਟਰੱਕ ਦੀ ਮੰਨ ਲਓ ਸਪੀਡ ਆ, ਤੇ ਉਹ ਦੂਜੇ ਨਾਲੋਂ 3 ਗੁਣਾ ਜ਼ਿਆਦਾ ਪੈਂਡਾ ਚਾਹੀਦਾ ਰੁਕਣ ਲਈ, ਬ੍ਰੇਕਿੰਗ ਲਈ। ਜੀ ਬਿਲਕੁਲ। ਹੁਣ ਇੱਥੇ ਤੇ ਜੇ ਤੁਸੀਂ ਕਾਰ ਨੂੰ ਅਗਲੇ ਨੂੰ ਕਹਿੰਦੇ ਭਾਈ ਇੱਥੋਂ ਲਾਓਗੇ ਤਾਂ 30 ਮੀਟਰ ਤੇ ਰੁਕ ਜਾਏਗੀ। ਇਹੋ ਜਿਹੀ ਸਨੋ 'ਚ ਤਾਂ ਰੁਕਦੀ 5-7 ਮੀਟਰ ਤੇ ਵੈਸੇ ਕ੍ਰਾਸ ਕਰ ਜਾਂਦੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਵੀ ਸਿਟੀ ਸਫਾਈ ਕਰਦੀ ਹੈ ਸਨੋ ਦੀ, ਪਹਿਲਾਂ ਇੱਕ ਸਮਾਂ ਸੀ ਸਾਲਟ ਪਾਉਂਦੇ ਸੀਗੇ, ਉਦੋਂ ਬਾਅਦ ਇਹਨਾਂ ਰੇਤ ਦਾ ਕਨਸੈਪਟ ਸ਼ੁਰੂ ਕੀਤਾ, ਜਿਹੜੀ ਰੇਤ ਜੀ ਪਾਉਂਦੇ ਸੀ, ਮਿੱਟੀ ਦੀ। ਹੁਣ ਉਹ ਵੀ ਖਤਮ ਹੋ ਗਿਆ ਜੀ। ਤੁਸੀਂ ਜਿੰਨੇ ਇਹਨਾਂ ਦੇ ਚੌਂਕ ਜੇ ਕੋਈ ਦੇਖ ਲਓ, ਸਵਾਏ ਮੇਜਰ ਵੱਡਿਆਂ ਚੌਂਕਾਂ ਤੇ ਵੱਡੀਆਂ ਸਟਰੀਟਾਂ ਨੂੰ ਛੱਡ ਕੇ, ਤੁਸੀਂ ਕੁੱਲ ਮਿਲਾ ਕੇ ਕਹੋ ਜੀ ਵੀ ਡਾਊਨਟਾਊਨ ਨੂੰ ਛੱਡ ਕੇ, ਡਾਊਨਟਾਊਨ ਦੇ ਵਿੱਚ ਅਕਸਰ ਤੋਂ ਡਾਊਨਟਾਊਨ ਛੱਡ ਲਓ, ਸੈਂਡ ਜਿਹੜੀ ਪੈਂਦੀ ਰਹਿੰਦੀ ਆ, ਜਾਂ ਜਿਹੜੇ ਮੇਜਰ ਮੇਨ 3-4 ਜਿਹੜੇ ਵੱਡੇ ਇੰਟਰਸੈਕਸ਼ਨ ਨੇ ਉੱਥੇ ਹੁੰਦੀ ਆ। ਰੂਟ 90 ਛੱਡ ਲਓ, ਡਾਊਨਟਾਊਨ ਛੱਡ ਲਓ, ਮੇਨ ਸਟਰੀਟ ਛੱਡ ਲਓ, ਇੱਕ ਪੈਂਬੀਨਾ ਛੱਡ ਲਓ, ਪੋਟੇ ਛੱਡ ਲਓ, ਮਤਲਬ ਕਿ ਜਿਹੜੇ ਹੈਂਡਰਸਨ ਹਾਈਵੇ ਛੱਡ ਲਓ ਤੇ ਸਰਾਊਂਡਿੰਗ ਛੱਡ ਲਓ, ਇਹ ਛੱਡ ਕੇ ਬਾਕੀ ਜਿਹੜੀ ਤੁਹਾਡੀਆਂ, ਇਹਨਾਂ ਨੂੰ ਬੰਦਾ ਪੁੱਛੇ ਵੀ ਟੈਕਸ ਤੇ ਤੁਸੀਂ ਲੈਂਦੇ ਜੀ ਜਿਹੜੇ ਐਵੀਨਿਊ ਵਾਲੇ ਨੇ। ਬਿਲਕੁਲ ਜੀ, ਟੈਕਸ ਸਾਰੇ ਐਵੀਨਿਊ ਦੇ ਵਿੱਚ। ਹੁਣ ਐਵੀਨਿਊ ਵਾਲਾ ਬੰਦਾ ਘਾਹ ਨਾ ਕੱਟੇ ਆਪਣੇ ਘਰ ਦੇ ਸਾਹਮਣੇ ਪਾਸੇ ਵਾਲੇ ਦਾ, ਟਿਕਟ ਦੀ ਉਹ ਆ ਜਾਂਦੀ, ਟਿਕਟ ਆ ਜਾਂਦੀ। ਟਿਕਟ ਦੇ ਵਿੱਚ ਫਿਰ ਲਿਖਿਆ ਹੁੰਦਾ ਵੀ ਤੁਸੀਂ ਵਿਦਿਨ ਵੀਕ ਇਹਨੂੰ ਇੰਪਰੂਵ ਕਰੋ, ਅਦਰਵਾਈਜ਼ ਵੀ ਆਰ ਗਿਵਿੰਗ ਯੂ ਫਾਈਨ, ਯੂ ਆਰ ਗੈਟਿੰਗ ਫਾਈਨ। ਤੇ
ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਉਹ ਸਾਰੇ ਅਸੀਂ ਸਿਰਦਰਦੀਆਂ ਕਰਨੀਆਂ, ਪ੍ਰਾਪਰਟੀ ਟੈਕਸ ਅਸੀਂ ਦੇਣਾ, ਇੰਸ਼ੋਰੈਂਸ ਅਸੀਂ ਟਾਈਮ ਤੋਂ ਟਾਈਮ ਭਰੀ, ਜੇ ਇੰਸ਼ੋਰੈਂਸ ਨਾ ਕਰੀਏ ਵੁਡਨ ਦੇ ਘਰ ਆ, ਉਹ ਕਿਸੇ ਬੰਦੇ ਨੇ ਗੱਲ ਦੱਸੀ ਨਾ ਵੀ ਇੱਕ ਟਰਾਲੀ 'ਚ ਪਾ ਕੇ ਮੁੜ ਕੇ ਭਾਵੇਂ ਘਰ ਲੈ ਜਾਓ। ਬਿਲਕੁਲ ਬਿਲਕੁਲ, ਸਾਰੇ ਦਾ ਸਾਰਾ ਹੀ, ਭਾਵੇਂ ਤੁਹਾਡਾ 10 ਲੱਖ ਦਾ ਤੇ ਭਾਵੇਂ ਤੁਹਾਡਾ 2 ਲੱਖ ਦਾ, ਭਾਵੇਂ ਤੁਹਾਡਾ 1 ਲੱਖ ਦਾ ਘਰ। ਬਿਲਕੁਲ ਬਿਲਕੁਲ। ਸਭ ਤੋਂ ਵੱਡੀ ਸਾਨੂੰ ਇਹ ਸਮੱਸਿਆ ਇੱਥੇ ਆ ਕੇ ਆਉਂਦੀ ਹੈ ਕਿ ਇੱਕ ਤੇ ਅਸੀਂ ਹਰ ਚੀਜ਼ ਦੀ ਪੇ ਕਰਦੇ ਹਾਂ ਜੀ। ਬਿਲਕੁਲ, ਜਿੱਦਾਂ ਤੁਸੀਂ ਤਨਖਾਹ ਲੈਣੀ ਤੁਹਾਡੇ ਸਾਰੇ ਟੈਕਸ ਕੱਟ ਕੇ ਆਉਣੇ। ਬਿਲਕੁਲ ਜੀ। ਤੁਸੀਂ ਸੁਪਰ ਸਟੋਰ ਚੱਲ ਜਾਓ, ਉਹਨਾਂ ਨੇ ਕੁਹਾੜੀ 12% ਦੀ ਤਿਆਰ ਰੱਖੀ ਹੁੰਦੀ ਜਿਨ੍ਹਾਂ ਤੇ ਟੈਕਸ ਲੱਗਦਾ ਜਿਹੜੀਆਂ ਚੀਜ਼ਾਂ ਜੀ ਜੀ ਬਿਲਕੁਲ। ਦੇਖੋ ਜੀ, ਫੂਡ ਪ੍ਰੋਡਕਟਸ ਤੇ ਦੁਨੀਆ ਦੇ ਕਿਤੇ ਵੀ ਕਿਸੇ ਵੀ ਜਗ੍ਹਾ ਤੇ ਟੈਕਸ ਨਹੀਂਗਾ, ਮਿਲਕ ਤੇ ਫੂਡ ਪ੍ਰੋਡਕਟਸ ਤੇ ਦੂਜਿਆਂ ਤੇ, ਇੱਥੇ ਉਹ ਵੀ ਟੈਕਸ ਹੈ। ਇੱਥੇ ਕਿਸੇ ਹਲਵਾਈ ਦੀ ਦੁਕਾਨ ਤੇ ਮਠਾਈ ਲੈਣ ਚੱਲ ਜਾਓ, ਕਹਿੰਦਾ ਭਾਜੀ ਕ੍ਰੈਡਿਟ ਕਾਰਡ ਨਾਲ ਪੇ ਕਰਨਾ, ਕੈਸ਼ ਚੱਲ ਟੈਕਸ। ਹਰ ਚੀਜ਼ ਤੇ ਟੈਕਸ ਹੈ, ਲੇਕਿਨ ਉਹ ਟੈਕਸ ਦਾ ਫਾਇਦਾ ਹੋਵੇ ਜੀ। ਇੰਡੀਆ 'ਚ ਤਾਂ ਅਸੀਂ ਰੌਲਾ ਪਾ ਦਿੰਦੇ, ਪੰਜਾਬ 'ਚ ਭਾਜੀ ਇੱਥੇ ਆਹ ਹੋ ਗਿਆ, ਜੇ ਹੋ ਗਿਆ, ਖਾ ਕੇ ਲੁੱਟ ਕੇ ਖਾ ਕੇ ਜੀ ਜੀ। ਇੱਥੇ ਮੰਨ ਲਓ ਕੋਈ ਵੀ ਲੁੱਟ ਕੇ ਨਹੀਂ ਖਾਂਦਾ, ਪਰ ਉਹ ਜਾਂਦੇ ਕਿੱਥੇ ਆ? ਇਹੀ ਇੱਕ ਸੋਚਣ ਵਾਲੀ ਗੱਲ ਆ ਜੀ। ਦਰਸ਼ਕਾਂ ਨੂੰ ਚਾਹੀਦਾ ਵੀ ਜਿਹੜੇ ਆਪਣੇ ਏਰੀਆ ਦੇ ਲੀਡਰ ਨੇ ਉਹਨਾਂ ਨੂੰ ਜ਼ਰੂਰ ਸਵਾਲ ਕਰਨਾ ਚਾਹੀਦਾ ਵੀ ਤੁਸੀਂ ਸਾਨੂੰ ਦੇ ਕੀ ਰਹੇ ਹੋ, ਤੇ ਸਾਡੇ ਕੋਲੋਂ ਲੈ ਜਿੰਨਾ ਕੁਝ ਰਹੇ ਹੋ ਸਾਨੂੰ ਉਹਦੇ ਵੱਟੇ ਤੁਸੀਂ ਦੇ ਕੀ ਰਹੇ ਹੋ। ਜਿਹਦੇ ਵਿੱਚ ਜਿਵੇਂ ਹੁਣ ਆਪਾਂ ਸਿਹਤ ਸੇਵਾਵਾਂ ਦੀ ਗੱਲ ਕੀਤੀ ਹੈਗੀ, ਸਿਹਤ ਸੇਵਾਵਾਂ ਉਹ ਮਤਲਬ ਜਮੀ ਬੇੜਾ ਗਰਕ ਹੀ ਹੋਇਆ ਪਿਆ ਹੈਗਾ ਜੀ। ਜਿਹੜਾ ਟੈਕਸ ਦਾ ਪੈਸਾ ਉਹ ਆਪਣਾ ਪਤਾ ਨਹੀਂ ਕਿੱਥੇ ਜਾ ਰਿਹਾ, ਪਤਾ ਨਹੀਂ ਲੀਡਰਾਂ ਦੇ ਐਸ਼ੋ ਆਰਾਮ ਤੇ ਜਾ ਰਿਹਾ, ਜਾਂ ਇਹ ਆਪਦੇ ਆਫਿਸਾਂ ਦੇ ਖਰਚੇ ਲਈ ਜਾਂਦੇ ਨੇ। EMPLOYE ਜਿਹੜੇ ਰੱਖੇ ਹੋਏ ਇਹਨਾਂ ਨੇ, ਜਿੱਥੇ ਕਿ ਕੰਮ ਕੋਈ ਨਹੀਂ ਹੁੰਦਾ ਆਮ ਤੌਰ ਦੇ ਉੱਤੇ। ਪਿਛਲੇ 2-2.5 ਸਾਲ ਤੋਂ ਆਪਾਂ ਲਗਾਤਾਰ ਵੌਇਸ ਆਫ ਇੰਡੀਆ ਦੇ ਉੱਤੇ ਲੋਕਾਂ ਦੀ ਆਵਾਜ਼ ਦੀ ਗੱਲ, ਕਿਹੜੀ ਚੀਜ਼ਾਂ ਦੀ ਲੋਕਾਂ ਨੂੰ ਜ਼ਰੂਰਤ ਆ। ਜੇ ਅੱਜ ਮਤਲਬ ਜਦੋਂ ਭਾਈ ਸਾਹਿਬ ਨੇ ਉਹਨਾਂ ਨੇ ਕਾਲ ਕੀਤੀ ਸੀ, ਦੱਸ ਰਹੇ ਸੀ ਵੀ ਕੈਸਲਬਰੀ ਆ ਜੀ। ਹਾਂਜੀ, ਕੈਸਲਬਰੀ ਏਰੀਆ ਬਣੇ ਹੋਏ ਜੀ ਤਕਰੀਬਨ 3 ਸਾਲ ਤੋਂ 4 ਸਾਲ ਤੋਂ ਉੱਤੇ ਹੋ ਚੱਲੇ ਨੇ। ਨਹੀਂ, 17 ਤੋਂ ਡਿਵੈਲਪ ਹੋ ਰਿਹਾ ਉਹ ਏਰੀਆ ਸਾਰਾ। 4 ਸਾਲ ਤੋਂ ਹੋ ਗਏ। ਸਿੰਘ ਟ੍ਰੇਲ ਤੋਂ ਲੈ ਕੇ ਉੱਥੋਂ ਤੱਕ ਲਾ ਲਓ, ਤਕਰੀਬਨ 5 ਸਾਲ ਤੋਂ, ਪਿਛਲੇ ਤੋਂ 17 ਤੋਂ 22 ਜਾਂ 23 ਚੜ ਗਈ। ਜੀ ਜੀ ਬਿਲਕੁਲ, 6ਵਾਂ ਸਾਲ ਆ ਜੀ ਜੀ। ਹੁਣ ਉੱਥੋਂ ਜਿਹੜੀ ਬੱਸ ਹੈ ਦੇਖੋ, ਐਡਸਮ ਤੋਂ ਮੁੜ ਕੇ ਮੈਂਡਲੇ ਵੱਲ ਆ ਜਾਂਦੀ ਆ, ਜਿਹੜੀ ਪੋਲੋ ਪਾਰਕ ਤੋਂ ਆਉਂਦੀ ਹੈ। 77 ਨੰਬਰ ਬੱਸ ਹੈਗੀ। ਜੇ ਉਸ 77 ਨੰਬਰ ਬੱਸ ਨੂੰ ਕਾਮਨਵੈਲਥ ਵੱਲ ਦੀ ਕੱਢ ਕੇ ਉਧਰ ਕਿੰਗ ਐਡਵਰਡ ਤੋਂ ਜੈਫਰਸਨ ਵੱਲ ਦੀ ਘੁਮਾ ਦਿੱਤਾ ਜਾਵੇ, ਕਿੰਨਾ ਕੁ ਫਰਕ ਪੈਣਾ ਜੀ? ਹਾਰਡਲੀ 3 ਜਾਂ 4 ਮਿੰਟ ਦਾ ਹੀ ਪੈਣਾ, ਮਤਲਬ ਜਿਹੜਾ ਫਰਕ ਹੈਗਾ ਜੀ। ਪ੍ਰੋਬਲਮ ਇਹ ਨਾ ਜੀ, ਟ੍ਰਾਂਜਿਟ 'ਚ ਉਹਦਾ ਰੂਟ ਬੜਾ ਲੰਬਾ ਜੀ, ਕਿ ਉਹ ਪੋਲੋ ਪਾਰਕ ਕਿਹੜੀ ਸਾਈਡ ਤੋਂ ਉੱਥੋਂ ਚੱਲਦੀ ਕਲੋਨਲ ਪੈਲੇਸ ਜਾਂਦੀ ਹੈ। ਚਲੋ ਉਹ ਜਿਹੜੀ ਹੈ ਐਕਸਟਰਾ ਲਗਾ ਦੇਣੀ ਚਾਹੀਦੀ ਹੈਗੀ ਆ। ਜੇ ਐਕਸਟਰਾ ਨਹੀਂ ਲਗਾ ਸਕਦੇ ਤਾਂ ਘੱਟੋ ਘੱਟ ਰਸਤੇ ਦੇ ਵਿੱਚ ਏਰੀਆ ਨੂੰ ਤਾਂ ਕਵਰ ਕਰਦੇ ਨੇ। ਜਦ ਕਿ ਉਹ ਗਾਰਡਨ ਪਾਰਕ ਦਾ ਏਰੀਆ ਜਿਹੜਾ ਹੈਗਾ ਉਧਰਲੇ ਇੰਗਸਟਰ ਦੇ ਨਾਲ, ਇੰਗਸਟਰ ਗਾਰਡਨ ਪਾਰਕ ਦੇ ਏਰੀਆ ਉਹਨੂੰ ਵੀ ਤਾਂ ਕਵਰ ਕਰਦੀ ਹੈ ਜੀ, ਤੇ ਉੱਥੋਂ ਵੀ ਉਹ ਲੰਘ ਸਕਦੀ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਸ ਨੇ, ਉਹ ਮਤਲਬ ਪਤਾ ਨਹੀਂ ਲੀਡਰ ਨੇ ਕਿਉਂ ਨਹੀਂ ਸੁਣਦੇ ਹੈਗੇ। ਜਿਹੜੇ ਆਪਣੇ ਮਾਨਯੋਗ MLA ਸਾਹਿਬ ਨੇ, MP ਸਾਹਿਬ ਨੇ, ਜਾਂ ਕੌਂਸਲਰ ਹੈਗੇ ਨੇ, ਜਾਂ ਸੰਬੰਧਿਤ ਏਰੀਆ ਦੇ ਜਿਹੜੇ ਕੌਂਸਲਰ ਨੇ, ਉਹਨਾਂ ਨੂੰ ਦੇਖਣਾ ਚਾਹੀਦਾ। ਵਿਨੀਪੈਗ ਆਮ ਪਹਿਲਾਂ ਨਾਲੋਂ ਤਕਰੀਬਨ 1.5-2 ਕਿਲੋਮੀਟਰ ਐਕਸਪੈਂਡ ਹੋ ਚੁੱਕਿਆ ਜੀ। ਸਾਊਥ ਵੱਲ ਤੁਸੀਂ ਦੇਖੋ ਜਾ ਕੇ, ਬ੍ਰਿਜ ਵਾਟਰ ਦਾ ਏਰੀਆ ਪੂਰਾ ਐਕਸਪੈਂਡ ਹੋ ਚੁੱਕਿਆ। ਈਕੇ ਦੇ ਵਿੱਚ ਦੇਖ ਲਓ, ਉਧਰੋਂ ਆਪਣਾ ਸੇਕ ਕ੍ਰੀਕ ਦਾ ਏਰੀਆ ਹੈਗਾ। ਨਾਰਥ ਦੇ ਵਿੱਚ ਐਂਬਰ ਟ੍ਰੇਲ ਤੇ ਐਂਬਰ ਜਿਹੜਾ ਨਾਰਥ ਕੀ ਕਹਿੰਦੇ ਨੇ ਜੀ, ਅਰੋਰਾ ਹੋਮਸ ਹੈਗਾ, ਤੇ ਕੈਸਲਬਰੀ ਦਾ ਏਰੀਆ ਕਿੰਨਾ ਐਕਸਪੈਂਡ ਹੋ ਚੁੱਕਿਆ ਜੀ। ਕਿੰਨੇ ਲੋਕ ਆਏ ਨੇ, ਕਿੰਨਾ ਟੈਕਸ ਇਹਨਾਂ ਨੂੰ ਹੋਰ ਇਕੱਠਾ ਹੋ ਰਿਹਾ। ਸਭ ਤੋਂ ਵੱਡੀ ਗੱਲ ਕਿ ਤੁਸੀਂ 4 ਪਾਸਿਓਂ ਪੈਰੀਮੀਟਰੀ ਨੂੰ ਜਾ ਕੇ ਲੱਗ ਚੱਲੇ ਜੀ। ਜਿਹੜਾ ਪਹਿਲਾਂ ਇੱਕ ਸਿਟੀ ਬਹੁਤ ਛੋਟਾ ਸੀਗਾ, ਜਿਹਦੀ ਉਹ ਕਿਸੇ ਟਾਈਮ ਤੇ 7 ਲੱਖ ਸੀ ਆਬਾਦੀ, ਤੇ ਫਿਰ ਵੀ ਉੱਥੇ ਲੱਗੇ ਰਹਿੰਦੀ 7-7.5 ਆਬਾਦੀ। ਇੰਨੀ ਜ਼ਿਆਦਾ ਨਹੀਂ ਵੱਧਦੀ ਇੱਥੋਂ ਦੀ, ਕਿਉਂਕਿ ਲੋਕੀ ਇੱਥੋਂ ਮਾਈਗ੍ਰੇਟ ਬਾਹਰ ਕਰ ਜਾਂਦੇ ਆ। ਜੀ ਜੀ। ਮੇਨ ਕਾਰਨ ਇਹ ਆ ਕਿ ਕੈਲਗਰੀ ਜੇ ਵੱਡਾ ਆ ਤੇ ਉਹਦੇ 'ਚ ਰੇਲਵੇ ਦੀ ਫੈਸਿਲਿਟੀ ਹੈ, ਨਾਲ ਬੱਸ ਦੀ ਫੈਸਿਲਿਟੀ ਹੈ, ਨਾਲ ਹੋਰ ਫੈਸਿਲਿਟੀਆਂ ਨੇ ਜੀ। ਇੱਥੇ ਤੁਸੀਂ ਅੰਦਾਜ਼ਾ ਲਾ ਲਓ ਕਿ ਜੇ ਤੁਸੀਂ ਅਰੋੜਾ ਦੀ ਤੇ ਗੱਲ ਕੀਤੀ, ਅਰੋੜਾ ਤਾਂ ਬਹੁਤ ਬਾਹਰ ਆ ਜੀ। ਬੱਸ ਤੇ ਕੋਈ ਤੁਹਾਡੀ ਲੀਲਾ ਤੋਂ ਅੱਗੇ ਨਹੀਂ ਜਾਂਦੀ। ਜੀ ਜੀ ਬਿਲਕੁਲ ਜੀ। ਆਪਾਂ ਟੈਂਪਲਟਨ ਤੱਕ ਉਹ ਜਿਹੜੀ 38 ਕੇ ਪਤਾ ਨਹੀਂ ਕਿਹੜੀ ਨੰਬਰ ਹੋ ਜਾਂਦੀ, ਕਿਉਂਕਿ ਮੈਂ ਟ੍ਰਾਂਜਿਟ ਦਾ ਇੱਕ ਵਾਰ ਟੈਸਟ ਵਗੈਰਾ ਦਿੱਤਾ ਸੀ ਤੇ ਮੈਨੂੰ ਪਤਾ ਆ। ਹੁਣ ਸਭ ਤੋਂ ਵੱਡੀ ਗੱਲ ਟ੍ਰਾਂਜਿਟ ਦੀ ਵੀ ਆਪਾਂ ਕਿਸੇ ਦਿਨ ਗੱਲ ਕਰਾਂਗੇ, ਆਪਣੇ ਡਰਾਈਵਰ ਵੀਰਾਂ ਦੀ, ਉਹਨਾਂ ਦੀ ਬੜੀ ਵੱਡੀ ਮਸਲਾ ਆ। ਜੀ ਜੀ। 3 ਘੰਟੇ ਕਿਸੇ ਟਾਈਮ, 4 ਘੰਟੇ ਫਿਰ ਜੀ। ਬਿਲਕੁਲ ਜੀ। ਆਮ ਤੌਰ ਦੇ ਉੱਤੇ ਜਿਹੜੀ ਟ੍ਰਾਂਜਿਟ ਦੇ ਵਿੱਚ ਜਿਹੜੀ ਹਾਇਰਿੰਗ ਆ ਉਹ ਕੰਟੀਨਿਊ ਚੱਲਦੀ ਰਹਿੰਦੀ ਆ। ਉਹ ਇਸ ਕਰਕੇ ਆ ਵੀ ਲੋਕ ਟਿਕਦੇ ਨਹੀਂ, ਕਿਉਂਕਿ ਉਹਨਾਂ ਦਾ ਜਿਹੜਾ ਸਕੈਜੂਲ ਆ ਫਿਕਸ ਨਹੀਂ ਹੈਗਾ। ਆਪਣੇ ਮਤਲਬ ਆਪਣੇ ਭਾਈਚਾਰੇ ਦੇ ਲੋਕਾਂ ਦਾ ਹੁੰਦਾ ਵੀ ਜਿਹੜੇ 12 ਘੰਟੇ ਲਾਉਣੇ ਨੇ, 8 ਘੰਟੇ ਲੈਣੇ ਨੇ, ਇਕੱਠੇ ਲਵਾ ਖਤਮ ਕਰੋ। ਇਹਨਾਂ ਦਾ ਹੁੰਦਾ ਜੀ ਸਵੇਰੇ 5 ਵਜੇ ਆਓ, ਤੁਹਾਡਾ ਰੂਟ 9 ਵਜੇ ਤੱਕ ਹੈਗਾ, ਤੇ 3 ਘੰਟੇ ਛੁੱਟੀ, ਉਸ ਤੋਂ ਬਾਅਦ 2 ਵਜੇ ਆਓ, ਸ਼ਾਮ ਦੇ 5 ਵਜੇ ਤੱਕ ਚਲਾਓ। ਇਹਦੇ ਨਾਲ ਖੱਜਲ ਖੁਆਰੀ ਡਰਾਈਵਰਾਂ ਨੂੰ ਬਹੁਤ ਹੁੰਦੀ ਆ। ਉਹਨਾਂ ਨੂੰ ਵਿਚਾਰਿਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਸਟਾਰਟ ਕਿੱਥੋਂ ਕਰਨਾ ਤੇ ਐਂਡ ਕਿੱਥੇ ਹੋਣਾ, ਕਿਉਂਕਿ ਉਹਨੇ ਬੱਸ ਚੜ੍ਹ ਕੇ ਘਰੋਂ ਆਉਣਾ ਤੇ ਬੱਸ ਚੜ੍ਹ ਕੇ ਅੱਗੇ ਜਾਣਾ ਜੀ, ਬੱਸ ਚੜ੍ਹ ਕੇ ਬੈਕ ਜਾਣਾ ਹੈਗਾ। ਜਿਹਦੇ ਕਰਕੇ ਉਹ ਮਤਲਬ ਕਾਫੀ ਆਪਣੇ ਭਾਈਚਾਰੇ ਦੇ ਲੋਕ ਨੇ, ਹਾਇਰ ਵੀ ਹੁੰਦੇ ਨੇ, ਛੱਡ ਵੀ ਬਹੁਤ ਜਿੱਤੀ ਜਾਂਦੇ ਨੇ। ਬਿਲਕੁਲ ਜੀ। ਕਈ ਵਾਰ ਦਰਸ਼ਕੋ ਤੁਹਾਨੂੰ ਇਹ ਲੱਗਦਾ ਹੋਏਗਾ ਕਿ ਵੀ ਟ੍ਰਾਂਜਿਟ ਦੇ ਵਿੱਚ ਲਗਾਤਾਰ ਹਾਇਰਿੰਗ ਕਿਉਂ ਚਾਲੂ ਆ। ਲਗਾਤਾਰ ਹਾਇਰਿੰਗ ਦਾ ਕਾਰਨ ਹੈ ਕਿ ਸਾਡੀਆਂ ਜਿੰਨੀਆਂ ਵੀ ਗਵਰਨਮੈਂਟਾਂ ਨੇ, ਚਲੋ ਅਸੀਂ ਪਹਿਲਾਂ ਤੇ ਪੰਜਾਬ ਵਾਲਿਆਂ ਨੂੰ ਸਿਆਪਾ ਕਰਦੇ ਆਏ ਜੀ। ਹੁਣ ਸੇਮ ਚੀਜ਼ ਹੌਲੀ ਹੌਲੀ ਇੱਥੇ ਹੋਣੀ ਸ਼ੁਰੂ ਹੋ ਗਈ ਆ। ਹੁਣ ਇਸ ਕਰਕੇ ਸ਼ੁਰੂ ਹੋ ਗਈ ਆ ਕਿ ਜਿੰਨੀਆਂ ਵੀ ਟ੍ਰਾਂਜਿਟ ਦੇ ਵਿੱਚ ਇਹਨਾਂ ਨੇ ਉਹ ਸਟਰਕਚਰ ਜਿਹਾ ਬਣਾਇਆ, ਜਾਂ ਤੇ ਪੱਕਾ ਇੱਕ ਫਿਕਸ ਕਰ ਦੇਣ ਜੀ,
ਵੀ ਭਾਈ ਤੂੰ 4 ਘੰਟੇ ਚਲਾਉਣੀ, ਇਹ ਤੋਂ ਬਾਅਦ ਘੰਟਾ 2 ਘੰਟੇ ਦਾ ਗੈਪ ਹੈ 4 ਘੰਟੇ। ਹੁਣ ਇਹ ਥੋੜਾ ਵੀ ਤੂੰ ਸਵੇਰੇ 4 ਘੰਟੇ ਚਲਾਉਣੀ ਆ 7 ਤੋਂ 11 ਤੇ ਫਿਰ ਜਿੱਥੇ 4 ਘੰਟੇ ਦਾ ਗੈਪ 3.5 ਘੰਟੇ ਸ਼ਾਮਾਂ ਨੂੰ ਚਲਾਉਣੀ ਹੈ। ਜੀ ਜੀ ਜੀ। ਉਹਦੇ ਕਰਕੇ ਹਰ ਬੰਦੇ ਨੂੰ ਇਹ ਹੁੰਦਾ ਵੀ ਮੈਂ ਬਹੁਤ, ਕਿਉਂਕਿ ਹਰ ਦੁਨੀਆ ਦਾ ਬੰਦਾ ਪੈਸੇ ਲਈ ਨਹੀਂ ਆਇਆ ਹੁੰਦਾ। ਬਿਲਕੁਲ ਜੀ। ਕੁਝ ਬੰਦੇ ਸੁੱਖ ਸਹੂਲਤਾਂ ਲਈ ਵੀ ਆਏ ਹੁੰਦੇ ਆ, ਉਹ ਫਿਰ ਛੱਡ ਕੇ ਭੱਜਦੇ ਆ। ਜਿਹੜੇ ਫਸੇ ਰਹਿੰਦੇ ਕਿਉਂਕਿ ਪੈਨਸ਼ਨ ਆ, ਸਾਰਾ ਕੁਝ ਆ। ਜੀ। ਸੇਮ ਚੀਜ਼ ਆਪਾਂ ਟੈਕਸੀ ਦੀ ਗੱਲ ਸਾਡੀ ਵਿੱਚ ਹੀ ਰਹਿ ਜਾਣੀ ਸੀ। ਜੀ ਜੀ ਜੀ। ਸੇਮ ਚੀਜ਼ ਆ ਦਰਸ਼ਕੋ, ਟੈਕਸੀ ਲਈ ਪ੍ਰੋਬਲਮਸ ਇਹ ਆਉਂਦੀਆਂ ਨੇ ਕਿ ਕੈਸ਼ ਪੇਮੈਂਟ ਹੋ ਗਈ ਜਾਂ ਦੂਜੀ ਹੋ ਗਈ ਜਾਂ ਕ੍ਰੈਡਿਟ ਕਾਰਡ ਰਾਹੀਂ ਹੋ ਗਈ, ਸਾਰੀ ਹੋ ਗਈ ਜੀ। ਇਹਦੇ ਵਿੱਚੋਂ ਕੁਝ ਕਈ ਵਾਰ ਟੈਕਸੀ ਵਾਲੇ ਵੀਰਾਂ ਨੂੰ ਇਹੋ ਜਿਹੇ ਬੰਦੇ ਟੱਕਰ ਜਾਂਦੇ ਜਿਨ੍ਹਾਂ ਪੇ ਹੀ ਕੱਖ ਨਹੀਂ ਕਰਨਾ ਹੁੰਦਾ, ਪਹਿਲੇ $500 $10 ਐਡਵਾਂਸ ਦਿੱਤੇ, ਮੁੜ ਕੇ ਘੁਮਾ ਫਰਾ ਕੇ ਨਹੀਂ ਜੀ। ਜੀ ਜੀ ਜੀ, ਬਾਹਾਂ ਖੜੀ। ਬਿਲਕੁਲ ਜੀ। ਆਮ ਤੌਰ ਤੇ ਅਕਸਰ ਕੁਝ ਕਈ ਮੰਦਭਾਗੀਆਂ ਘਟਨਾਵਾਂ ਪਿਛਲੇ ਸਮੇਂ ਦੌਰਾਨ ਹੋਈਆਂ ਨੇ, ਕਿਉਂਕਿ ਉਹਦੇ ਵਿੱਚ ਕੈਸ਼ ਦੀ ਇਨਵੋਲਵਮੈਂਟ ਜ਼ਿਆਦਾ ਹੁੰਦੀ ਹੈ ਜੀ। ਕੈਸ਼ ਦੀ ਇਨਵੋਲਵਮੈਂਟ ਜਿੱਥੇ ਹੁੰਦੀ ਆਮ ਤੌਰ ਦੇ ਉੱਤੇ ਆਪਾਂ ਸਟੋਰਾਂ ਦੇ ਉੱਤੇ ਵੀ ਦੇਖਦੇ ਹਾਂ, ਟੈਕਸੀ ਦੇ ਉੱਤੇ ਵੀ ਦੇਖਦੇ ਹਾਂ। ਖੁਦ ਹਰ ਇੱਕ ਬੰਦਾ ਜਿਹੜਾ ਟੈਕਸੀ ਚਲਾਉਣ ਲੱਗਾ, ਮੈਨੂੰ ਲੱਗਦਾ ਕੋਈ ਉਹ ਵੀਰ ਇਹ ਜਾਊਗਾ ਜਿਹਦੇ ਨਾਲ ਇਹ ਘਟਨਾ ਨਾ ਵਾਪਰੀ ਹੋਵੇ, ਕੋਈ ਬੰਦਾ ਪੈਸੇ ਛੱਡ ਕੇ ਲੈ ਕੇ ਭੱਜ ਗਿਆ, ਮਤਲਬ ਲੈ ਕੇ ਭੱਜ ਗਿਆ ਸੀ, ਮਤਲਬ ਦੇ ਕੇ ਨਹੀਂ ਗਿਆ ਹੈਗਾ। ਬਿਲਕੁਲ ਜੀ। ਮੈਂ ਗਿਣਤੀ ਤੇ 4 ਮਹੀਨੇ ਟੈਕਸੀ ਚਲਾਈ ਆ ਜੀ। ਜੀ। ਦਰਸ਼ਕੋ ਮੈਂ ਤੁਹਾਨੂੰ ਦੱਸਦਾ ਵੀ 4 ਮਹੀਨਿਆਂ ਦੇ ਵਿੱਚ ਘੱਟੋ ਘੱਟ 5 ਵਾਰ ਪੈਸੇ ਮਰਦੇ ਆ ਜੀ। ਤੇ ਘੱਟੋ ਘੱਟ 10-12 ਵਾਰ ਧਮਕੀ ਮਿਲ ਜਾਂਦੀ ਆ ਜੀ। ਕਿ ਤੈਨੂੰ ਵੇਖਾਂਗੇ। ਜੀ। ਖਾਸ ਕਰਕੇ ਮੈਂ ਏਰੀਆ ਦਾ ਨਾਂ ਨਹੀਂ ਲਵਾਂ, ਕੋਈ ਪਾਰਟਿਕੂਲਰ ਏਰੀਆ ਨੇ ਜਿੱਥੇ ਟੈਕਸੀ ਚਲਾਈਏ ਤਾਂ ਸਾਡਾ ਦਿਲ ਹਰ ਟਾਈਮ ਤਰਾਕ ਕਰਦਾ ਹੁੰਦਾ ਵੀ ਪਤਾ ਨਹੀਂ ਇਹਨੇ ਮਗਰੋਂ ਕੀ ਕੱਢ ਲੈਣਾ। ਜੀ ਜੀ। ਜਾਂ ਹੋ ਸਕਦਾ ਕਿ ਥੁੱਕ ਕੇ ਚਲਾ ਜਾਵੇ, ਹੋ ਸਕਦਾ ਕੁਝ ਕਰਕੇ ਚਲਾ ਜਾਵੇ। ਆਪਾਂ ਨੂੰ ਲੱਗਦੀ ਬੜੀ ਆਸਾਨ ਆ ਵੀ ਟੈਕਸੀ ਜੌਬ ਬੜੀ ਆਸਾਨ ਜੀ, ਆ, ਜੀ, ਜੀ। ਟਰੱਕਿੰਗ ਬੜੀ ਆਸਾਨ ਆ, ਪਰ ਜਦੋਂ ਅਸੀਂ ਵਿੱਚ ਜਾਂਦੇ ਆ ਨਾ ਜੀ ਫਿਰ ਪਤਾ ਲੱਗਦਾ ਵੀ ਕੀ ਪ੍ਰੋਬਲਮਸ ਨੇ। ਕਈ ਵਾਰ ਬੰਦਾ, ਕਿਉਂਕਿ ਇੱਕ ਇਹਨਾਂ ਦੇਸ਼ਾਂ ਦੀ ਕੌਸ਼ਿਕ ਸਾਹਿਬ ਹੋਰ ਬੜੀ ਪ੍ਰੋਬਲਮ ਹੈ ਜੀ। ਅਗਲਾ ਜਿੰਨਾ ਜ਼ਿਆਦਾ ਸ਼ਰਾਬੀ ਹੈ, ਜਿੰਨਾ ਜ਼ਿਆਦਾ ਗੰਦਾ ਬੰਦਾ, ਤੁਹਾਨੂੰ ਲੈ ਕੇ ਜਾਣਾ ਪੈਣਾ, ਤੁਸੀਂ ਨਾ ਨਹੀਂ ਕਰ ਸਕਦੇ। ਜੀ, ਜੀ। ਨਹੀਂ ਤਾਂ ਤੁਹਾਡਾ ਲਾਇਸੈਂਸ ਕੈਂਸਲ, ਬਿਲਕੁਲ ਜੀ। ਸ਼ਿਕਾਇਤ ਹੋ ਜਾਂਦੀ ਆ। ਜੀ, ਜੀ। ਉਹ ਤੁਹਾਨੂੰ ਜੋ ਮਰਜ਼ੀ ਕਹਿ ਰਿਹਾ, ਜੀ। ਉਹ ਤੁਸੀਂ ਉਹਨੂੰ ਕੁਝ ਕਹਿ ਦਿੱਤਾ ਤੇ ਤੁਸੀਂ ਪੰਗੇ ਨੂੰ ਫੜੇਗੇ। ਇਹ ਵੀ ਸਾਡੀ ਇਹਨਾਂ ਨੂੰ ਸੁਧਾਰ ਕਰਨਾ ਪੈਣਾ ਭਾਈ, ਬੰਦੇ ਦੀ ਕਿਸ ਕੰਡੀਸ਼ਨ ਦੇ ਵਿੱਚ ਉਹ ਟੈਕਸੀ ਹਾਇਰ ਕਰ ਸਕਦਾ ਜਾਂ ਕੀ ਹੈ। ਕਈ ਵਾਰ ਕੁਝ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਆਪ ਦਿਖਦਾ ਹੁੰਦਾ, ਤੁਹਾਡੀ ਸਿਕਸ ਸੈਂਸ ਕੰਮ ਕਰ ਰਹੀ ਹੁੰਦੀ ਵੀ ਮੈਨੂੰ ਨੁਕਸਾਨ ਹੋਊਗਾ, ਲੇਕਿਨ ਤੁਸੀਂ ਉਹਨੂੰ ਛੱਡ ਨਹੀਂ ਸਕਦੇ ਕਿਉਂਕਿ ਉਹ ਬੰਦਾ ਕੰਪਲੇਂਟ ਕਰੇਗਾ, ਤੁਸੀਂ ਫਸ ਗਏ। ਤੁਸੀਂ ਟੈਕਸੀ ਕੰਪਨੀ ਨੂੰ ਵੀ ਜਵਾਬ ਦੇ ਜੇ, ਤੁਸੀਂ ਸਿਟੀ ਨੂੰ ਵੀ ਜਵਾਬ ਦੇ ਜੇ, ਤੁਹਾਡਾ ਲਾਇਸੈਂਸ ਜਿਹੜਾ ਉਹ ਖਤਰੇ 'ਚ ਪੈ ਜਾਂਦਾ। ਟੈਕਸੀ ਇੰਸਪੈਕਟਰ ਤੁਹਾਨੂੰ ਪੁੱਛਦੇ ਆ ਸਾਰਾ ਕੁਝ। ਜੀ ਜੀ। ਇਹ ਚੀਜ਼ਾਂ ਦੇ ਵਿੱਚ ਕਈ ਵਾਰ ਮੈਨੂੰ ਹੋ ਜਾਂਦੀ ਸੇਮ ਚੀਜ਼, ਜਿਵੇਂ ਅਸੀਂ ਕਹਿੰਦੇ ਕਿ ਉਬਰ ਜੀ ਜ਼ਿਆਦਾ ਕਾਮਯਾਬ ਕਿਉਂ ਆ। ਬਿਲਕੁਲ ਜੀ, ਬਿਲਕੁਲ ਜੀ। ਉਹ ਦੇਖੋ ਜਿਹੜੀ ਉਬਰ ਹੈਗੀ ਆ ਜੀ, ਉਬਰ ਦੇ ਵਿੱਚ ਇਹ ਆਉਂਦਾ ਵੀ ਸਾਰਾ ਕੁਝ ਪ੍ਰੀਪੇਡ ਆ। ਕੰਪਨੀ ਉਹਨੂੰ ਬੰਦੇ ਨੂੰ ਜਾਣਦੀ ਹੈਗੀ ਆ, ਉਹ ਕੰਪਨੀ ਕੋਲੇ ਬੰਦੇ ਦਾ ਪੂਰਾ ਬਾਇਓਡਾਟਾ ਹੈਗਾ, ਤੁਹਾਡਾ ਬਾਇਓਡਾਟਾ ਹੈਗਾ, ਤੁਹਾਡਾ ਕਸਟਮਰ ਕੋਲੇ ਬਾਇਓਡਾਟਾ ਹੈਗਾ। ਇਸ ਕਰਕੇ ਉੱਥੇ ਕੋਈ ਕੈਸ਼ ਲੈਣ ਦੇਣ ਤਾਂ ਹੈ ਨਹੀਂ ਜੀ, ਉਹ ਪ੍ਰੀ ਬੁੱਕ ਆ। ਦੇਖੋ ਚਾਹੀਦਾ ਤਾਂ ਇਹ ਹੈਗਾ ਜਿਹੜੀਆਂ ਹੁਣ ਕਿਉਂਕਿ ਟੈਕਨੋਲੋਜੀ ਬਦਲ ਚੁੱਕੀ ਹੈ, ਜਿਹੜੀਆਂ ਟੈਕਸੀ ਕੰਪਨੀਆਂ ਹੈਗੀਆਂ ਨੇ, ਲੋਕਲ ਟੈਕਸੀ ਕੰਪਨੀਆਂ ਹੈਗੀਆਂ ਨੇ, ਉਹਨਾਂ ਨੂੰ ਵੀ ਐਪ ਦੇ ਥਰੂ ਸਾਰਾ ਕੁਝ ਹੋ ਜਾਣਾ ਚਾਹੀਦਾ, ਜਿੱਥੇ ਕੈਸ਼ ਦੀ ਇਨਵੋਲਵਮੈਂਟ ਵਾਲਾ ਕੰਮ ਨਾ ਹੋਵੇ ਤੇ ਪ੍ਰੀਪੇਡ ਹੋਵੇ, ਜਾਂ ਘੱਟੋ ਘੱਟ ਉਹਦੇ ਬੰਦੇ ਦੇ ਐਡਰੈਸ ਪ੍ਰੂਫ ਸਾਰਾ ਕੁਝ ਹੋਣ। ਵੈਸੇ ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਜੀ ਕੁਝ ਜਿਹੜੇ ਕਸਟਮਰ ਨੇ ਉਹਨਾਂ 'ਤੇ ਰਿਸਟ੍ਰਿਕਸ਼ਨ ਲਾਈ ਦਿੱਤੀ ਜਾਂਦੀ ਹੈ, ਜਿਹੜੇ ਕੋਈ ਪੈਸੇ ਲੈ ਕੇ ਭੱਜ ਜਾਂਦੇ, ਕਿਉਂਕਿ ਟੈਕਸੀ ਡਰਾਈਵਰ ਆ ਜਿਹੜਾ ਉਹ ਆਪਣੀ ਸੰਬੰਧਿਤ ਕੰਪਨੀ ਨੂੰ ਨੋਟ ਕਰਵਾ ਦਿੰਦਾ ਵੀ ਅੱਜ ਮੇਰੇ ਨਾਲ ਆ ਹੋਇਆ, ਆਹ ਕਸਟਮਰ ਸੀ, ਇੱਥੋਂ ਤੁਸੀਂ ਬੁੱਕ ਕੀਤਾ, ਜਿਹਨੇ ਬੁੱਕ ਕੀਤਾ ਹੋਵੇ। ਜਿਹੜੇ ਫਲਾਈਂਗ ਨੇ ਜੀ ਉਹ ਜ਼ਿਆਦਾਤਰ ਮਤਲਬ ਜ਼ਿਆਦਾ ਕਈ ਵਾਰੀ ਖਤਰਨਾਕ ਸਿੱਧ ਹੋਏ ਨੇ। ਆਮ ਤੌਰ 'ਤੇ ਜਿਹੜੀਆਂ ਪਿੱਛੇ ਜਿਹੇ ਮੰਦਭਾਗੀਆਂ ਘਟਨਾਵਾਂ ਹੋਈਆਂ ਨੇ, ਆਪਣੇ ਕਈ ਟੈਕਸੀ ਵੀਰਾਂ ਦੀ ਜਾਨ ਵੀ ਗਈ ਹੈਗੀ ਆ। ਉਹ ਜ਼ਿਆਦਾਤਰ ਫਲਾਈਂਗ ਵਾਲੇ ਜਿਹੜੇ ਮਤਲਬ ਫਲਾਈਂਗ ਹੁੰਦਾ ਵੀ ਖੜੇ ਹੱਥ ਦੇਤਾ ਜੀ ਲੈ ਜਾਓ ਜੀ। ਨਹੀਂ ਜੀ, ਇੱਕ ਹੋਰ ਕੌਸ਼ਿਕ ਸਾਹਿਬ ਪ੍ਰੋਬਲਮ ਆਉਂਦੀ ਹੈ, ਜਿਵੇਂ ਮੰਨ ਲਓ ਸਾਡੇ ਮੁੰਡੇ ਜਿਹੜੇ ਸਿਕਿਉਰਿਟੀ ਵਾਲੇ ਕੰਮ ਕਰਦੇ ਨੇ ਜੀ, ਕਈ ਵਾਰ ਬਿਲਡਿੰਗ 'ਚ ਉਹਨੂੰ ਕਹਿ ਦਿੰਦੇ ਵੀ ਮੇਰੇ ਕੋਲ ਫੋਨ ਹੈ ਨਹੀਂ, ਤੂੰ ਕਾਲ ਕਰ ਦੇ। ਜੀ ਜੀ। ਉਹਨੇ ਕਾਲ ਕਰ ਦਿੱਤੀ ਜਾਂ ਉਹ ਚਲੇ ਗਿਆ ਜੀ। ਬਿਲਕੁਲ ਉਹਦਾ ਨੰਬਰ ਟੈਕਸੀ ਯੂਨੀਅਨ ਕੋਲੇ, ਟੈਕਸੀ ਯੂਨੀਅਨ ਕੋਲ ਚਲ ਗਿਆ, ਦੂਜੇ ਤੇ ਉਹਦੇ ਪ੍ਰੋਬਲਮ ਹੋ ਗਈ। ਹੁਣ ਉੱਥੇ ਤੁਸੀਂ ਕੀ ਟਰੇਸ ਕਰੋਗੇ? ਉਹਨੂੰ ਟਰੇਸ ਕਰੋਗੇ, ਉਹ ਕਹਿੰਦਾ ਜੀ ਮੈਂ ਤੇ ਇੱਥੇ ਮੈਨੂੰ ਰੋਜ਼ ਲੋਕੀ ਆਉਂਦੇ ਜਾਂਦੇ, ਮੈਂ ਤੇ ਦੇਖਦਾ ਹੀ ਹਾਂ ਜੀ। ਕਿਉਂਕਿ ਉਹਦੇ ਵਿੱਚ ਜਾਂ ਤਾਂ ਇੱਕ ਪਰਟੀਕੂਲਰ, ਜਿਸ ਤਰ੍ਹਾਂ ਅਸੀਂ ਕਹਿੰਦੇ ਨੇ ਕਿ ਸਾਡੀ ਸਿਕਿਉਰਿਟੀ ਵਾਲਿਆਂ ਨੂੰ ਜਾਂ ਟੈਕਸੀ ਵਾਲਿਆਂ ਨੂੰ ਸਾਰਿਆਂ ਨੂੰ ਇੰਸਟਰਕਸ਼ਨ ਹੋਣ ਵੀ ਭਾਈ ਆਹ ਡਿਟੇਲ ਲੈ ਲਓ, ਬੰਦੇ ਦਾ ਨਾਂ ਕੀ ਹੈ, ਇਹਦੀ ਕੋਈ ਆਈਡੀ ਹੋਵੇ। ਕਿਉਂਕਿ ਇੱਕ ਪੱਕਾ ਰੂਲ ਜਾਂ ਤਾਂ ਇਹੋ ਜਿਹਾ ਹੋ ਜਾਵੇ ਵੀ ਭਾਈ ਜਿਹੜਾ ਵੀ ਬੰਦਾ ਉਹਦੇ ਦੀ ਆਈਡੀ ਜ਼ਰੂਰ ਵੇਖੀ ਜਾਵੇ। ਜੀ ਬਿਲਕੁਲ। ਜਿਵੇਂ ਹੁਣ ਇੰਨਾ ਨਹੀਂ ਟਾਈਮ ਹੈ ਜੀ, ਇਹ ਜਿਹੜੀਆਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਹੈਗੀਆਂ ਨੇ, ਜਿਵੇਂ ਉਬਰ ਵਗੈਰਾ ਹੈਗੀਆਂ ਜਾਂ ਹੋਰ ਜਿਹੜੀਆਂ ਇਸ ਤਰ੍ਹਾਂ ਹੈਗੀਆਂ ਨੇ, ਉਹਨਾਂ ਕੋਲੇ ਪਹਿਲਾਂ ਹੀ ਹੈ ਜੀ ਸਾਰਾ ਕੁਝ ਪ੍ਰੀਪੇਡ ਆ, ਤੁਹਾਡਾ ਸਾਰਾ ਖਾਤਾ ਹੈਗਾ, ਉਹਨਾਂ ਕੋਲੇ ਤੁਹਾਡਾ ਕ੍ਰੈਡਿਟ ਕਾਰਡ ਹੈਗਾ। ਈਵਨ ਕੋਈ ਕਸਟਮਰ ਉਬਰ ਦੇ ਵਿੱਚ ਥੁੱਕ ਕੇ ਵੀ ਚਲਾ ਜਾਂਦਾ, ਤੁਸੀਂ ਕੰਪਨੀ ਨੂੰ ਰਿਪੋਰਟ ਕਰਦੇ ਹੋ, ਆਈ ਥਿੰਕ ਉਹਦੇ $100 ਕੱਟ ਕੇ ਤੁਹਾਨੂੰ ਭੇਜ ਦੇਣ ਵੀ ਗੱਡੀ ਤੋਂ ਪਾ ਲਓ, ਆਪਦੀ ਨੂੰ ਸੈਨੀਟਾਈਜ਼ ਕਰਵਾ ਲਓ। ਬਿਲਕੁਲ ਬਿਲਕੁਲ। ਨਾਲੇ ਇੱਕ ਹੋਰ ਗੱਲਾਂ ਦੇ ਵਿੱਚੋਂ ਗੱਲਾਂ ਕਿ ਜਿਵੇਂ ਕਿ ਪਹਿਲਾਂ ਸੀਗੀ ਕਿ ਇੱਥੇ ਚੋਰੀ ਬਹੁਤ ਸੀਗੀ ਲਿਕਰ ਮਾਰਟ ਦੇ ਵਿੱਚ। ਜੀ। ਲਿਕਰ ਮਾਰਟ 'ਚ ਲੋਕੀ ਕੀ ਕਰਦੇ ਸੀ ਕਿ ਬੱਚੇ ਜਿਹੜੇ ਖਾਸ ਕਰਕੇ ਸਾਡੇ ਲੋਕਲ ਨੇ, ਇਹ ਨਹੀਂ ਮੈਂ ਬੱਚੇ ਉਹਨਾਂ ਦੀ ਗੱਲ ਨਹੀਂ ਕਰ ਰਿਹਾ, ਜਿਹੜੇ ਸਾਡੇ ਆਉਂਦੇ, ਸਾਡੇ ਦੇ ਵਿਚਾਰੇ ਵੈਸੇ ਭਲੇ ਮਾਨਸ ਨੇ, ਕੰਮ ਵੱਲ ਜ਼ਿਆਦਾ ਧਿਆਨ ਹੈ ਉਹਨਾਂ ਦਾ, ਮਿਹਨਤ ਵੱਲ ਜ਼ਿਆਦਾ ਧਿਆਨ ਹੈ ਜਾਂ ਪੜ੍ਹਨ ਵੱਲ ਧਿਆਨ ਹੈ, ਕਿਉਂਕਿ ਉਸ ਹਿਸਾਬ ਨਾਲ ਆਏ ਹੁੰਦੇ। ਇੱਥੋਂ ਦੇ ਜੇ ਲੋਕਲ ਸੀਗੇ ਉਹ 18 ਸਾਲ ਜਾਂ 18 ਤੋਂ ਥੱਲੇ ਵਾਲੇ ਵੀ ਕੀ ਕਰਦੇ ਸੀ, ਲਿਕਰ ਮਾਰਟ 'ਚ ਐਂਟਰ ਹੁੰਦੇ ਸੀ, ਕਿਸੇ ਵੱਡੇ ਨਾਲ ਸਿਆਣੇ ਦੇ ਨਾਲ ਐਂਟਰ ਹੋ ਗਏ ਤੇ ਸਮਾਨ ਚੁੱਕਿਆ ਤੇ ਭੱਜ ਗਏ। ਈਵਨ ਦੋ ਜਿਹੜੇ ਹੋਰ ਵੀ ਇੱਥੋਂ ਦੇ ਲੋਕਲ ਸੀ ਜਾਂ ਜਿਹੜੀਆਂ ਹੋਰ ਵੀ ਦੂਜੀਆਂ ਕਮਿਊਨਿਟੀਆਂ ਦੇ ਸੀਗੇ, ਉਹ ਕੀ ਕਰਦੇ ਕਿ ਬੋਤਲ
ਇੱਥੇ ਇੱਕ ਚੁੱਕੀ, ਇੱਕ ਪਾਈ, ਇੱਕ ਦਾ ਬਿੱਲ ਕਰਾਇਆ, ਨਿਕਲ ਗਏ। ਕਿਉਂਕਿ ਮੈਂ ਲਿਕਰ ਮਾਰਟ 'ਚ ਵੀ ਕੰਮ ਕੀਤਾ ਐਜ ਕੈਸ਼ੀਅਰ, 3 ਮਹੀਨੇ ਜਿਹੜੇ ਸਰਦੀ ਦੇ ਸੀ ਜੀ ਜੀ, ਤੇ ਉਹ ਵੀ ਬੜੀ ਪ੍ਰੋਬਲਮ। ਹੁਣ ਇਹਨਾਂ ਨੇ ਕੀ ਕਰਤਾ, ਫਿਰ ਪੱਕਾ ਕਰਤਾ ਵੀ ਤੁਸੀਂ ਆਇਡੈਂਟੀ ਕਾਰਡ ਦਿਖਾਓ ਜੀ, ਬਿਲਕੁਲ ਕੋਈ ਆਈ ਕਾਰਡ। ਬਿਲਕੁਲ ਜੀ, ਆਮ ਤੌਰ ਤੇ ਉੱਤੇ ਤੁਸੀਂ ਲਿਕੁਇਡ ਮਾਰਟ ਸਟੋਰਾਂ ਦੇ ਬਾਹਰਲੀ ਸਾਈਡ ਦੇ ਉੱਤੇ ਸ਼ਾਮ ਦੇ ਟਾਈਮ ਕੀ ਜਾਂ ਆਮ ਤੌਰ ਤੇ ਦਿਨ ਦੇ ਜਿੱਥੇ ਜ਼ਿਆਦਾ ਰਸ਼ ਆਵਰਸ ਹੁੰਦੇ ਨੇ ਉੱਥੇ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ, ਕਿਉਂਕਿ ਉੱਥੇ ਜਿਹੜਾ ਸਿਕਿਉਰਿਟੀ ਵਾਲਾ ਬੈਠਾ ਜੀ ਉਹਨੇ ਪੂਰੀ ਚੈੱਕ ਕਰਕੇ ਹੀ ਜਾਣ ਦੇਣਾ, ਤੇ ਇਹ ਨਾਲ ਤਾਂ ਕਿਸੇ ਨੂੰ ਜਾਣ ਨਹੀਂ ਦਿੰਦੇ। ਜੇ ਕੋਈ ਨਾਲ ਵੀ ਜਾ ਰਿਹਾ ਉਹਦਾ ਵੀ ਆਈ ਕਾਰਡ ਦੇ ਦੇ, ਬੱਚਿਆਂ ਵਾਲਾ ਕੰਮ ਇਹ ਬੰਦ ਕਰ ਦਿੱਤਾ। ਬਿਲਕੁਲ ਇਹੀ ਚੀਜ਼ ਮੈਂ ਕਹਿ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ, ਚਲੋ ਨਹੀਂ ਆਈ ਕਾਰਡ ਏਡਾ ਲੰਮੀ ਚੌੜੀ ਪ੍ਰੋਸੈਸ ਹੋ ਜਾਂਦੀ, ਘੱਟੋ ਘੱਟ ਬੰਦੇ ਦਾ ਨਾਂ, ਉਹਦਾ ਐਡਰੈਸ, ਜਾਂ ਉਹ ਕਿਸ ਰੈਫਰੈਂਸ ਨਾਲ ਕਾਲ ਕਰ ਰਿਹਾ। ਪਹਿਲੀ ਗੱਲ ਤਾਂ ਮੈਂ ਇਹ ਵੀ ਕਹਾਂਗਾ ਸਾਡੇ ਸਾਰੇ ਵੀਰਾਂ ਨੂੰ, ਚਾਹੇ ਤੁਸੀਂ ਕਿਤੇ ਵੀ ਕੰਮ ਕਰਦੇ, ਕੁਝ ਵੀ ਜੇ, ਚਾਹੇ ਖੜੇ ਵੀ ਜੇ, ਤੁਹਾਨੂੰ ਕਹਿੰਦਾ ਕੋਈ ਕਾਲ ਕਰਨੀ, ਕਦੀ ਵੀ ਨਾ ਕਰੋ ਟੈਕਸੀ ਕਾਲ, ਉਹ ਆਪਣੇ ਫੋਨ ਤੋਂ ਕਰੇ ਜੀ। ਜਾਂ ਕਈ ਵਾਰ ਹੁੰਦਾ ਕੋਈ ਸਾਡਾ ਜੀ ਗੁਆਂਢੀ ਆ ਜੀ, ਜੇ ਆ ਜੀ ਉਹਦੇ ਘਰ ਆਇਆ ਹੋ ਜੇ, ਕੋਈ ਕਿਸੇ ਦੇ ਘਰ ਨਹੀਂ ਆਇਆ ਕਰੋ, ਕਿਉਂਕਿ ਇਹ ਦੇਸ਼ ਉਹ ਨੇ ਜੀ ਜਿੱਥੇ ਕ੍ਰਾਈਮ ਕਿਸੇ ਵੀ ਤਰ੍ਹਾਂ ਦਾ ਹੋ ਗਿਆ, ਜੇ ਤੁਹਾਡੇ ਥਰੂ ਹੋਇਆ ਬਿਲਕੁਲ ਤਾਂ ਤੁਸੀਂ ਉਹਦੇ ਵਿੱਚ ਇਨਵੋਲਵ ਬਰਾਬਰ ਦੇ ਟੰਗੇ ਜਾਂਦੇ ਜੀ। ਬਿਲਕੁਲ ਬਿਲਕੁਲ, ਕਿਉਂਕਿ ਇੰਡੀਆ ਨਹੀਂ ਜੀ ਮੈਂ ਤੇ ਮੈਨੂੰ ਤਾਂ ਪਤਾ ਨਹੀਂ ਸੀ ਜੇ ਉਹ, ਇੱਥੇ ਤੁਸੀਂ ਬਰਾਬਰ ਦੇ ਟੰਗੇ ਜਾਂਦੇ ਜੀ। ਇਸ ਕਰਕੇ ਮੈਂ ਥੋੜਾ ਜਿਹਾ ਬੇਨਤੀ ਕਰਾਂਗਾ ਸਾਡੇ ਸਾਰੇ ਵੀਰਾਂ ਨੂੰ, ਸਾਨੂੰ ਵੀ ਅਵੇਅਰ ਹੋਣ ਦੀ ਲੋੜ ਆ। ਅਸੀਂ ਕਈ ਵਾਰ ਕਹਿ ਦਿੰਦੇ ਆ ਜੀ ਇਹਨਾਂ ਮੁਲਕਾਂ 'ਚ ਲੋਕੀ ਕੋਰੇ ਬੜੇ ਨੇ ਜੀ, ਬਿਲਕੁਲ ਮੈਂ ਕਹਿੰਦਾ ਵੀ ਫਸਣ ਨਾਲੋਂ ਕੋਰਾ ਹੋਇਆ ਚੰਗਾ। ਬਿਲਕੁਲ ਤੁਸੀਂ ਅਗਲੇ ਨੂੰ ਕਹਿ ਦਿਓ ਵੀ ਸੌਰੀ ਇਟਸ ਮਾਈ ਪਰਸਨਲ ਫੋਨ ਜੀ ਜੀ। ਆਪਾਂ ਕਈ ਵਾਰ ਕਹਿ ਵੀ ਦਿੰਦੇ ਆ, ਤੇ ਕੋਸ਼ਿਸ਼ ਇਹ ਕਰੀਏ ਕਿ ਅਵਾਇਡ ਕਰੀਏ ਇਹੋ ਜਿਹੇ ਇਨਸੀਡੈਂਟ ਨੂੰ। ਤੇ ਜਿਹੜੀ ਆਪਾਂ 3 4 5 ਪ੍ਰੋਬਲਮਸ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ, ਇਹਨਾਂ ਪ੍ਰਤੀ ਤੁਹਾਡਾ ਕੀ ਨਜ਼ਰੀਆ ਆ ਜੀ, ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ। ਜਾਂ ਅਗਲੀ ਵਾਰ ਜਦੋਂ ਅਸੀਂ ਡਿਸਕਸ ਕਰਾਂਗੇ ਉਹਦੇ ਵਿੱਚ ਅਸੀਂ ਸਾਡੇ ਟ੍ਰਾਂਜਿਟ ਵਾਲੇ ਜਿਹੜੇ ਵੀਰ ਨੇ, ਡਰਾਈਵਰ ਵੀਰ, ਉਹਨਾਂ ਦੀਆਂ ਸਮੱਸਿਆਵਾਂ ਵੀ ਡਿਸਕਸ ਕਰਾਂਗੇ ਜੀ। ਬਿਲਕੁਲ ਜਿਹੜੀ ਟ੍ਰਾਂਜਿਟ ਨੂੰ ਲੋਕੀ ਚੜ੍ਹਨ ਉਤਰ ਦੀ ਪ੍ਰੋਬਲਮ ਵਿੱਚ ਤੁਸੀਂ ਜਿਵੇਂ ਏਰੀਏ ਦੱਸੇ, ਹੁਣ ਅਗਲੀ ਵਾਰ ਅਸੀਂ ਉਹ ਵੀ ਡਿਸਕਸ ਕਰਾਂਗੇ, ਕਿਉਂਕਿ ਵੈਸੇ ਤਾਂ ਟ੍ਰਾਂਜਿਟ ਨੇ ਸੁਧਾਰ ਕੀਤਾ, ਕਿਉਂਕਿ ਡਾਊਨ ਵਾਲੀਆਂ ਬੱਸਿਸ ਲਾਈਆਂ ਨੇ ਜੀ ਜੀ। ਅਗਲੀ ਵਾਰ ਨੂੰ ਆਪਾਂ ਉਹ ਵੀ ਪ੍ਰੋਬਲਮ ਡਿਸਕਸ ਕਰਾਂਗੇ ਜੀ। ਸਾਡੇ ਜਿਹੜੀ ਸਟੋਰ ਨੇ ਆਪਣੇ, ਸਾਡੇ ਸਾਰੇ ਪੰਜਾਬੀਆਂ ਦੇ, ਉਹਨਾਂ ਉੱਤੇ ਕਿਹੜੇ ਪ੍ਰੋਡਕਟ ਜਾਂ ਕਿਸ ਤਰੀਕੇ ਦੇ ਪ੍ਰੋਡਕਟ ਅਵੇਲੇਬਲ ਨੇ, ਜਾਂ ਹੋਰ ਜਿਹੜੇ ਅਵੇਲੇਬਲ ਹੋਣੇ ਚਾਹੀਦੇ, ਉਹਦੇ ਲਈ ਤੁਸੀਂ ਸਾਰੀ ਜਾਣਕਾਰੀ ਲਈ ਕਮੈਂਟ ਕਰੋਗੇ ਤਾਂ ਕਿ ਸਾਨੂੰ ਪਤਾ ਲੱਗੇ ਵੀ ਸਾਡੀ ਪ੍ਰੋਬਲਮਸ ਕੀ ਨੇ। ਬਿਲਕੁਲ ਜੀ, ਬਿਲਕੁਲ ਜੀ। ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹਾਂਗੇ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਤੁਹਾਡੇ ਏਰੀਆ ਦੇ ਵਿੱਚ ਕੋਈ ਪ੍ਰੋਬਲਮ ਆ, ਵੌਇਸ ਆਫ ਇੰਡੀਆ ਦੇ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ 2048130046 ਦੇ ਉੱਤੇ। ਸਾਡਾ ਇਹ ਪ੍ਰੋਗਰਾਮ ਹੈ ਜਿਹੜਾ ਐਵਰੀ ਸੈਚਰਡੇ ਸ਼ਾਮ ਦੇ ਟਾਈਮ ਲਾਈਵ ਹੁੰਦਾ ਹੈਗਾ। ਤੁਹਾਨੂੰ ਆ ਰਹੀਆਂ ਮੁਸ਼ਕਲਾਵਾਂ ਅਸੀਂ ਸਰਕਾਰ ਦੁਆਰੇ ਪਹੁੰਚਾਵਾਂਗੇ ਜੀ। ਬਿਲਕੁਲ ਜੀ, ਬਜ਼ੁਰਗਾਂ ਦੀ ਗੱਲ ਕਰਾਂਗੇ ਅਗਲੀ ਵਾਰ ਨੂੰ। ਤੇ ਜਿਹੜੇ ਇੱਕ ਹੋਰ ਜਾਂਦੇ ਇੱਕ ਤੁਹਾਨੂੰ ਹੋਰ ਲੋਕਾਂ ਨੂੰ ਥੋੜਾ ਜਿਹਾ ਅਵੇਅਰਨੈਸ ਦੀ ਗੱਲ ਕਰਦੇ ਜੀ। ਅੱਜ ਕੱਲ੍ਹ ਜਿਹੜੇ ਫਰਾਡ ਨੇ ਕਾਫੀ ਚੱਲ ਰਹੇ ਨੇ, ਖਾਸ ਤੌਰ ਦੇ ਉੱਤੇ ਕੋਈ ਇੰਡੀਡ ਵਗੈਰਾ ਦੇ ਉੱਤੇ, ਜਿਵੇਂ ਆਮ ਜਿਹੜੀਆਂ ਜੌਬ ਬੋਰਡਸ ਹੈਗੇ ਨੇ, ਉਹਨਾਂ ਦੇ ਉੱਤੇ ਪੋਸਟਿੰਗ ਕੀਤੀ ਜਾਂਦੀ ਆ ਵੀ ਤੁਹਾਨੂੰ ਜੌਬ ਅਸੀਂ ਦੇ ਰਹੇ ਹਾਂ। ਉਹਦੇ ਵਿੱਚ ਕੀ ਆ ਵੀ ਤੁਹਾਨੂੰ $65 ਘੰਟੇ ਜਾਂ $70 ਘੰਟੇ ਦੇ ਹਿਸਾਬ ਨਾਲ ਅਸੀਂ ਤੁਹਾਨੂੰ ਜੌਬ ਆ ਜਿਹੜੀ ਉਹ ਦੇਵਾਂਗੇ। ਆਪਾਂ ਦੇਖਦੇ ਹਾਂ ਵੀ ਯਾਰ ਵੀ ਇਦੋਂ ਵਧੀਆ ਜੌਬ ਕੀ ਹੋ ਸਕਦੀ ਹੈ। ਜੌਬ ਕਹਿੰਦੇ ਜੀ 4 ਘੰਟੇ ਦੀ ਆ, $65 ਘੰਟੇ ਦੇ ਨੇ, ਕਿਉਂਕਿ ਪਾਰਟ ਟਾਈਮ ਜੌਬ ਕਰਕੇ ਉਹ ਦੱਸਿਆ ਜਾਂਦਾ ਹੈਗਾ। ਪਿੱਛੇ ਜੇ ਜਿਹੜਾ ਸਕੈਮ ਆ ਜੀ ਉਹ ਆ ਵੀ ਕਈ ਵਾਰੀ ਨਵੇਂ ਮੁੰਡੇ ਹੁੰਦੇ ਨੇ ਵੀ ਮੈਨੂੰ ਯਾਰ ਹੋਰ ਜੌਬ ਮਿਲਦੀ ਹੈ, 4 ਘੰਟੇ ਇੱਥੇ ਲਾ ਕੇ $65 ਘੰਟੇ ਦੇ ਬਣਦੇ ਨੇ, ਤੇ ਆਪਣੇ ਤਾਂ 260 ਬਣੇ, ਆਪਾਂ ਨੇ ਹੋਰ ਕੀ ਚਾਹੀਦਾ ਹੈਗਾ। 8 ਘੰਟੇ ਲਾ ਕੇ ਵੀ ਨਹੀਂ 260 ਬਣਦੇ ਹੈਗੇ। ਉਹਦੇ ਵਿੱਚ ਕੀ ਕੀਤਾ ਜਾਂਦਾ ਜੀ, ਆਮ ਤੌਰ ਦੇ ਉੱਤੇ ਸਾਰਿਆਂ ਨੂੰ ਬਚਣਾ ਚਾਹੀਦਾ। ਤੁਹਾਡੇ ਤੁਸੀਂ ਉਹਨੂੰ ਜੌਬ ਨੂੰ ਅਪਲਾਈ ਕਰ ਦਿੰਦੇ ਹੋ, ਤੁਹਾਨੂੰ ਉੱਥੇ ਮੈਸੇਜ ਜਾਂ ਈਮੇਲ ਆ ਜਾਂਦਾ ਵੀ ਤੁਸੀਂ ਸਿਲੈਕਟਡ ਹੋ ਜੀ। ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਨੇ ਵੀ ਤੁਸੀਂ 4 ਘੰਟੇ ਲਾਓ, ਲਵਾਉਂਦੇ ਵੀ ਨੇ ਜੀ, ਉਹ ਭੇਜਦੇ ਵੀ ਨੇ, ਚਾਹੇ ਆਪਣੇ ਹੀ ਬੰਦੇ ਹੋਣ ਉਹਨਾਂ ਦੇ, ਉਹ ਸਾਰਾ ਕੁਝ ਉੱਦਾਂ ਮੈਨੂਪੂਲੇਟ ਕਰਦੇ ਹੈਗੇ ਨੇ। ਉਸ ਤੋਂ ਬਾਅਦ ਤੁਹਾਡੇ ਘਰੇ ਇੱਕ ਚੈੱਕ, ਜੇ ਮੰਨ ਲਓ ਤੁਹਾਡਾ 500-700 ਦਾ ਚੈੱਕ ਬਣਿਆ, ਤੁਹਾਡੇ ਘਰੇ 2-2.5 ਦਾ ਚੈੱਕ ਆ ਜਿਹੜਾ ਉਹ ਭੇਜ ਦਿੰਦੇ ਨੇ ਜੀ। ਉਸ ਤੋਂ ਬਾਅਦ ਤੁਹਾਨੂੰ ਫੋਨ ਕਰਦੇ ਨੇ ਵੀ ਤੁਹਾਡੇ ਕੋਲ ਇੱਕ ਚੈੱਕ ਚਲਿਆ ਗਿਆ, ਉਹ $2500 ਜਾਂ $3000 ਦਾ ਜਿਹੜਾ ਚੈੱਕ ਚਲਿਆ ਗਿਆ। ਤੁਹਾਡਾ $800 ਬਣਦਾ ਸੀ, ਤੁਸੀਂ ਬਾਕੀ ਦੇ ਪੈਸੇ ਕੱਟ ਕੇ ਸਾਨੂੰ $2200 ਸਾਡੇ ਆ ਖਾਤੇ ਦੇ ਵਿੱਚ ਜਮ੍ਹਾਂ ਕਰਾ ਦਿਓ। ਉਹ ਬੰਦਾ ਦੇਖਦਾ ਵੀ ਹਾਂ ਵਾਕਈ ਮੈਨੂੰ ਤਾਂ ਇੰਨੇ ਪੈਸੇ ਬਣ ਗਏ, ਤੇ ਉਸ ਤੋਂ ਵੱਧ ਹੋਰ ਕੀ ਚਾਹੀਦਾ ਜੀ, ਜਿਹਨੂੰ ਮੁਫਤ ਦੇ ਵਿੱਚ 4 ਘੰਟੇ ਦੇ ਵਿੱਚ ਅਲੱਗ ਲਾ ਕੇ ਹੀ ਮੈਨੂੰ ਤਾਂ $700-800 ਬਣ ਗਿਆ ਥੋੜੇ ਦਿਨ ਦੇ ਵਿੱਚ। ਉਹ ਹੁੰਦਾ ਕਿ ਜੀ ਉਹ ਫਰਾਡ ਹੁੰਦਾ, ਇੱਕ ਬਹੁਤ ਵੱਡਾ ਸਕੈਮ ਹੈਗਾ। ਉਹਦੇ ਵਿੱਚ ਤੁਹਾਡੇ ਕੋਲੋਂ $2200 ਉਹਨਾਂ ਨੇ ਵਾਪਸ ਲੈ ਲੈਣਾ। ਜਦੋਂ $2200 ਵਾਪਸ ਲੈ ਲਿਆ, ਉਹਨਾਂ ਜਿਹੜਾ ਤੁਹਾਡਾ ਚੈੱਕ ਆਪਾਂ ਨੇ ਆਨਲਾਈਨ ਡਿਪੋਜ਼ਿਟ ਕਰਵਾਇਆ ਹੁੰਦਾ, ਕਿਉਂਕਿ ਰਾਈਟ ਵੇ ਆਪਣੇ ਅਕਾਊਂਟ ਦੇ ਵਿੱਚ ਉਹ ਕ੍ਰੈਡਿਟ ਹੋ ਜਾਂਦਾ ਹੈਗਾ। ਉਸ ਤੋਂ ਬਾਅਦ ਜੋ ਕੰਪਲੇਂਟ ਪਾਉਂਦੇ ਨੇ ਤੇ ਉਹ ਚੈੱਕ ਆ ਜਿਹੜਾ ਬੋਨਸ ਹੋ ਜਾਂਦਾ। ਤੁਸੀਂ $2200 ਦੇ ਚੁੱਕੇ ਹੁੰਦੇ ਹੋ, ਤੇ ਉਸ ਤੋਂ ਬਾਅਦ ਬੈਂਕ ਤੁਹਾਡੇ ਵੱਲ $3000 ਫੇਰ ਖੜੇ ਕਰ ਦਿੰਦਾ। ਤੇ ਉਹਦੇ ਵਿੱਚ ਨੁਕਸਾਨ ਇਹ ਸਮਝੋ ਵੀ ਤੁਹਾਡਾ ਹੀ ਹੋ ਰਿਹਾ, ਤੁਹਾਨੂੰ ਦੇਣੇ ਪੈਣੇ ਨੇ, ਕਿਉਂਕਿ ਤੁਸੀਂ ਬੈਂਕ ਦੇ ਵਿੱਚੋਂ ਪੈਸੇ ਨੇ ਜਿਹੜੇ ਉਹ ਕੈਸ਼ ਕਢਵਾਏ ਨੇ। ਬੈਂਕ ਤੁਹਾਡੇ ਤੇ ਵਿਸ਼ਵਾਸ ਕਰਕੇ ਰਾਈਟ ਵੇ ਤੁਹਾਡੇ ਅਕਾਊਂਟ ਦੇ ਵਿੱਚ ਜਿਹੜਾ ਉਹ ਕ੍ਰੈਡਿਟ ਬੈਲੈਂਸ ਕਰ ਦਿੰਦਾ ਹੈਗਾ। ਉਹ ਆਪਾਂ ਜਦੋਂ ਕੈਸ਼ ਕਢਵਾ ਕੇ ਅੱਗੇ ਅਗਲਿਆਂ ਨੂੰ ਦੂਜੇ ਅਕਾਊਂਟ ਦੇ ਵਿੱਚ ਪੇ ਕਰਤੇ, ਉੱਥੇ ਉਹਨਾਂ ਦੀ ਰਿਸਪੌਂਸਿਬਿਲਿਟੀ ਖਤਮ ਆ, ਚੈੱਕ ਪਿੱਛੋਂ ਡਿਸਆਨਰ ਕਰਾ ਦਿੰਦੇ ਨੇ ਜੀ। ਉਸ ਤੋਂ ਬਾਅਦ ਫਸ ਆਪਾਂ ਜਾਂਦੇ ਹਾਂ। ਸੋ ਇਹੋ ਜਿਹੇ ਸਕੈਮਾਂ ਦੇ ਵਿੱਚੋਂ ਬਚਣਾ ਚਾਹੀਦਾ। $65 ਘੰਟੇ ਦੀ ਕੈਨੇਡਾ ਦੇ ਵਿੱਚ ਕੋਈ ਜੌਬ ਨਹੀਂ ਹੈਗੀ।
ਇਹ ਜੇ ਲਾਲਚਾਂ ਤੋਂ ਬਚਣਾ ਚਾਹੀਦਾ। ਸਭ ਤੋਂ ਵੱਡੀ ਗੱਲ ਹੈ ਜੀ, ਕੈਨੇਡਾ ਦੇ ਵਿੱਚ ਇੱਕ ਜਿਹੜਾ ਇੰਜੀਨੀਅਰ ਹੈ ਜੀ, ਕਿਉਂਕਿ ਆਪਾਂ ਵੱਡੀਆਂ ਜੌਬਾਂ ਦੋ ਹੀ ਗਿਣਦੇ, ਇੱਕ ਡਾਕਟਰ ਆ, ਇੱਕ ਫਾਰਮਾਸਿਸਟ ਨੇ ਜੀ ਜੀ, ਇਹਨਾਂ ਦੀ ਵੀ ਤਨਖਾਹ ਜਿਹੜੀ ਇਹ ਤੋਂ ਥੱਲੇ ਆ, ਇਹ ਮਤਲਬ ਆਪਣੇ ਮਨ 'ਚ ਬਿਠਾ ਕੇ ਚੱਲੋ, ਇਹ 50 ਤੋਂ ਥੱਲੇ ਤੁਰਦੇ ਨੇ। ਉਦੋਂ ਬਾਅਦ ਜਦੋਂ ਡਾਕਟਰ ਸਪੈਸ਼ਲਿਸਟ ਹੋ ਜਾਂਦੇ ਨੇ, ਉਹਨਾਂ ਦੀ ਲਮਸਮ 2 ਲੱਖ ਹੋ ਜਾਂਦੀ ਆ, ਕੁਝ ਹੋ ਜਾਂਦੀ ਹੈ। ਇੰਜੀਨੀਅਰ ਦੀ ਜੀ 40-50, ਇੰਜੀਨੀਅਰ ਦੀ ਇੱਥੇ 60,000 ਦੇ ਲਾਗੇ ਜਾ ਕੇ ਸਟਾਰਟ ਹੁੰਦੀ, ਕਰਦੇ ਕਰਦੇ ਲੱਖ 1.5 ਲੱਖ ਤੱਕ ਪਹੁੰਚਦੀ ਆ। ਆਪਾਂ ਦੁਨੀਆ 'ਚ ਕਦੀ ਇਹ ਸੋਚ ਕੇ ਨਾ ਚੱਲੀ ਕਿ ਜੀ ਆਪਾਂ +2 ਕੀਤੀ ਆ ਇੰਡੀਆ ਤੋਂ ਤੇ ਆਪਾਂ ਇੱਥੇ ਆਏ ਆ ਤੇ ਸਾਨੂੰ $20 ਦੀ ਜੋਬ ਮਿਲ ਜੂਗੀ ਜੀ, ਸਾਨੂੰ $25 ਦੀ ਜੋਬ ਮਿਲੇ, ਸਾਨੂੰ 30 ਦੀ, ਉਹ ਵੀ ਐਕਸਪੈਕਟ ਨਾ ਕਰੋ। ਆਪਾਂ ਮਿਨੀਮਮ ਵੇਜ ਐਕਸਪੈਕਟ ਕਰਿਆ ਕਰੀਏ। ਐਕਸਪੈਕਟੇਸ਼ਨ ਇਤਾਂ ਦੇਸ਼ਾਂ 'ਚ ਆ ਕੇ ਉਹ ਨਹੀਂ ਰੱਖਣੀਆਂ ਜਿਹੜੀਆਂ ਸਾਨੂੰ ਉੱਥੋਂ ਏਜੰਟ ਪੜ੍ਹਾ ਕੇ ਕਰਦੇ ਨੇ ਜੀ, ਨਿਆਰੇ ਹੋ ਜਾਣਗੇ, ਵਾਰੇ ਹੋ ਜਾਣਗੇ। ਇੱਥੇ 20 ਤੋਂ 25 ਸਾਲ ਲੱਗਦੇ ਨੇ ਜੀ ਆਪਣੇ ਆਪ ਨੂੰ, ਕਿਉਂਕਿ ਇੱਕ ਦਹਾਕਾ ਤਾਂ ਆਪਾਂ ਨੂੰ ਵੀ ਆਇਆ ਨੂੰ ਹੋ ਗਿਆ ਇਸ ਕੰਟਰੀ 'ਚ। ਇੱਕ ਦਹਾਕੇ ਦੇ ਵਿੱਚ 10 ਸਾਲਾਂ ਦੇ ਵਿੱਚ ਮਸਾਂ ਲੱਕ ਹੀ ਸਿੱਧਾ ਹੁੰਦਾ ਜੀ ਇਹਨਾਂ ਦੇਸ਼ਾਂ 'ਚ। ਤੇ ਇਸ ਕਰਕੇ ਵੀਰੋ ਕੋਸ਼ਿਸ਼ ਕਰਿਆ ਕਰੋ, ਤੁਸੀਂ ਵੀ ਜਿਹੜੇ ਆਉਂਦੇ ਜੇ ਆਪਣੇ ਜਿਹੜੇ ਇੱਥੇ ਰਹਿੰਦੇ ਨੇ, ਕੋਈ ਦਿੱਕਤ ਨਹੀਂ, ਕੋਈ ਹੈਜੀਟੇਸ਼ਨ ਨਹੀਂ, ਉਹਨਾਂ ਨੂੰ ਦੱਸੋ ਸਾਰੀ ਗੱਲ ਖੁੱਲ੍ਹ ਕੇ। ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗੇ ਜਿਹੜੇ ਦੱਸਣ ਵਾਲੇ ਨੇ ਉਹ ਵੀ ਗਾਂ ਮੇਰੇ ਵਾਂਗੂ ਕਰਿਆ ਕਰਨ ਵੀ ਭਾਜੀ ਠੀਕ ਹੈ, ਇੱਥੇ ਟਾਈਮ ਲੱਗਦਾ ਜੀ, ਹਰ ਇੱਕ ਚੀਜ਼ ਨੂੰ ਕਮਾਈ ਹੁੰਦੀ ਆ ਲੇਕਿਨ ਟਾਈਮ ਲੱਗਦਾ, ਹੌਲੀ ਹੌਲੀ ਸੈਟਿੰਗ ਹੁੰਦੀ ਹਰ ਚੀਜ਼ ਦੀ। ਜਦ ਕਿ ਮੈਂ ਆਪਣੀ ਅਕਸਰੀ ਵੀਡੀਓ ਦੇ ਵਿੱਚ ਇਹ ਗੱਲ ਕਹਿਣਾ ਹੁੰਦਾ ਵੀ ਭਾਜੀ ਇੱਕ ਬੰਦੇ ਨੂੰ ਐਟਲੀਸਟ ਇੱਕ ਦਹਾਕਾ ਇੱਥੇ ਲੱਗ ਜਾਂਦਾ, ਇੱਕ ਦਹਾਕੇ ਤੋਂ ਬਾਅਦ ਲੱਕ ਸਿੱਧਾ ਹੁੰਦਾ ਆ ਜੀ। ਬਿਲਕੁਲ ਘਰ ਫ੍ਰੀ ਹੁੰਦਿਆਂ ਤੱਕ ਤੇ 20 ਸਾਲ ਲੱਗ ਜਾਂਦੇ, ਕਈ 30 ਸਾਲ ਨੇ ਜੋ ਤਾਂ ਇੱਕ ਬੰਦਾ ਮਤਲਬ ਆਪਣੀ ਲਾਈਫ ਦੇ ਵਿੱਚ ਘਰੇ ਫ੍ਰੀ ਕਰਦਾ ਹੈਗਾ। ਮਤਲਬ ਕਿ ਇੱਥੇ ਜਿਹੜੀ ਪਹਿਲੀ ਪੀੜ੍ਹੀ ਆਉਂਦੀ ਹੈ ਜੀ, ਉਹਨੇ ਸਮਝੋ ਵੀ ਜਿਸ ਤਰ੍ਹਾਂ ਕਹਿੰਦੇ ਉਹਨੇ ਵੰਜਲੀ ਵਜਾਉਣੀ ਆ, ਮੱਝਾਂ ਚਾਰਨੀਆਂ ਨੇ, ਹੀਰ ਮੁੜ ਕੇ ਬਾਅਦ ਚ ਦੂਜੀ ਪੀੜ੍ਹੀ ਵਾਲੇ ਪਾਸੇ ਹੀਰ ਦਾ ਡੋਲਾ ਤੁਰਦਾ ਆ। ਇਸ ਕਰਕੇ ਦਰਸ਼ਕੋ ਜ਼ਿਆਦਾ ਸਮਾਂ ਨਹੀਂ ਹੁਣ ਲਵਾਂਗੇ ਤੇ ਕੌਸ਼ਿਕ ਸਾਹਿਬ ਅਸੀਂ ਇਹੀ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਕੋਸ਼ਿਸ਼ ਆਪਾਂ ਇਹੀ ਕਰੀਏ ਕਿ ਆਪਾਂ ਹੀ ਸੁਧਾਰਨਾ ਆ ਜੀ। ਜਿਵੇਂ ਉਹਨਾਂ ਮੁਲਕਾਂ 'ਚ ਸਰਕਾਰਾਂ ਹਰ ਇੱਕ ਜਗ੍ਹਾ ਇੱਕੋ ਜਿਹੀਆਂ ਹੁੰਦੀਆਂ ਨੇ, ਆਪਾਂ ਨੂੰ ਧੱਕਾ ਲਾਉਣਾ ਪੈਂਦਾ ਆ। ਇਹ ਸਾਡੇ ਮਨ ਦਾ ਜਿਹੜਾ ਵਹਿਮ ਸੀ ਆਪਾਂ ਕੱਢ ਆਈਏ ਕਿ ਉੱਥੇ ਸਾਨੂੰ ਆਹ ਨਹੀਂ ਹੁੰਦਾ, ਜੇ ਨਹੀਂ, ਹਾਂ ਨੋ ਡਾਊਟ ਜੀ ਉੱਥੇ ਕਰਪਸ਼ਨ ਸੀਗੀ, ਕਰਪਸ਼ਨ ਦੇ ਨਾਲ ਨਾਲ ਕੁਝ ਐਸੋਸੀਏਟਡ ਹੋਰ ਚੀਜ਼ਾਂ ਹੁੰਦੀਆਂ ਜਿਹੜੀਆਂ ਜੁੜ ਜਾਂਦੀਆਂ ਨੇ, ਉਹ ਮੁਲਕ ਦਾ ਬੇੜਾ ਗਰਕ ਕਰਦੀਆਂ ਨੇ। ਹੁਣ ਇਹਨਾਂ ਮੁਲਕਾਂ ਦੇ ਵਿੱਚ ਜੇ ਕਰਪਸ਼ਨ ਘੱਟ ਆ ਤੇ ਲੇਕਿਨ ਉਹਦੇ ਵਿੱਚ ਦੂਜੇ ਤਰੀਕੇ ਦਾ ਕੰਮ ਬੜਾ ਹੋ ਗਿਆ ਵੀ ਸਹੂਲਤਾਂ ਮਿਲ ਨਹੀਂ ਰਹੀਆਂ ਜਿੰਨਾ ਅਸੀਂ ਪੈਸਾ ਦੇ ਰਹੇ ਹਾਂ, ਜਿੰਨਾ ਅਸੀਂ ਟੈਕਸ ਦੇ ਰਹੇ ਹਾਂ ਜੀ, ਉਹਦੇ ਮੁਕਾਬਲੇ ਮਤਲਬ ਲੋਕਾਂ ਦੀ ਜੋ ਚਾਹੁੰਦੇ ਨੇ ਉਹ ਨਹੀਂ ਚੀਜ਼ਾਂ ਲੋਕਾਂ ਨੂੰ ਪੂਰੀਆਂ। 3 ਹੀ ਚੀਜ਼ਾਂ ਨੇ ਜੀ, ਟਰਾਂਸਪੋਰਟ ਆ ਜੀ, ਜਿਵੇਂ ਅੱਗੇ ਦੱਸਿਆ ਸੀ ਕਿ ਤੁਸੀਂ ਸੋਚਿਆ ਕੁਝ ਇਲਾਕੇ 'ਚ ਜਾਂਦੀ ਨਹੀਂ, ਜਿੱਥੇ ਜਾਂਦੀ 25 ਮਿੰਟ ਬਾਅਦ 30 ਮਿੰਟ ਬਾਅਦ, ਕੁਝ ਇਲਾਕੇ ਜਿੱਥੇ 35 ਮਿੰਟ ਬਾਅਦ ਬੱਸ ਜਾਂਦੀ, ਕੁਝ ਇਲਾਕੇ ਜਿੱਥੇ 15 ਮਿੰਟ ਬਾਅਦ ਬੱਸ ਜਾਂਦੀ, ਜਿਵੇਂ ਡਾਊਨਟਾਊਨ ਵਗੈਰਾ ਜਿਵੇਂ ਤੁਸੀਂ ਦੱਸਿਆ ਬਹੁਤ ਹੈਵੀ ਸਰਵਿਸ ਹੈ ਜਿੱਥੇ ਜੀ। ਬਿਲਕੁਲ ਪਹਿਲੀ ਗੱਲ ਤੇ ਜਦੋਂ ਤੁਹਾਨੂੰ ਟ੍ਰਾਂਜਿਟ ਜਿਹਨੂੰ ਅਸੀਂ ਕਹਿੰਦੇ ਕਿ ਟਰਾਂਸਪੋਰਟ ਦੀ ਸਹੂਲਤ ਪੂਰੀ ਨਹੀਂ ਮਿਲਦੀ ਜੀ। ਦੂਸਰੀ ਗੱਲ ਹੈਲਥ ਸਿਸਟਮ ਜਿਹੜਾ ਉਹ ਤਕਰੀਬਨ ਫੇਲੂਅਰ ਵੱਲ ਜਾ ਰਿਹਾ, ਪੂਰੇ ਨਹੀਂ ਮਿਲਦੇ। ਹੈਲਥ ਸਿਸਟਮ ਇਹ ਨਹੀਂ ਕਿ ਤੁਸੀਂ ਕਹੋ ਕਿ ਮੈਂ ਬਲੱਡ ਟੈਸਟ ਕਰਾਉਣ ਗਿਆ ਜੀ, ਮੇਰਾ ਤਾਂ ਉਸੇ ਵੇਲੇ ਹੋ ਗਿਆ, ਤੇ 2-3 ਚੀਜ਼ਾਂ ਜੇ ਐਕਸਰੇ ਬਲੱਡ ਟੈਸਟ ਇੱਥੇ ਹੋ ਜਾਂਦੇ ਜੀ ਜੀ ਤੇ ਚੌਥੇ ਦਿਨ ਹੋ ਜਾਣ, 5ਵੇਂ ਦਿਨ ਹੋ ਜਾਣ, ਜਿਵੇਂ ਤੁਸੀਂ ਹੁਣ ਕਿਉਂਕਿ ਮੈਂ ਇਸ ਫੀਲਡ 'ਚ ਹੈਲਥ ਦੇ 'ਚ ਮੈਨੂੰ ਤਾਂ ਪਤਾ। ਬਾਕੀ ਉਹਨਾਂ ਤੋਂ ਇਲਾਵਾ ਜਿੱਦਣ ਤੁਸੀਂ ਕਿਸੇ ਪ੍ਰਮਾਤਮਾ ਨਾ ਕਰੇ ਮਾੜੀ ਜਿਹੀ ਸੀਰੀਅਸ ਡਿਜ਼ੀਜ਼ 'ਚ ਫਸ ਗਏ ਜੀ, ਇੱਥੇ ਮਹੀਨਿਆਂ ਬੱਧੀ ਟਾਈਮ ਲੱਗਦਾ ਜੇ। ਕਿਸੇ ਸਪੈਸ਼ਲਿਸਟ ਨੂੰ ਜਾਣ ਲੱਗੀ ਮਹੀਨਿਆਂ ਤੋਂ ਛੱਡੋ ਵੀ ਤੁਹਾਡੇ ਜੁੱਤੀਆਂ ਵੀ ਘਸ ਜਾਂਦੀਆਂ ਕਈ ਵਾਰ। ਫਲਾਣੇ ਕੋ ਜਾਓ ਜੀ, ਹੁਣ ਢਿੰਗੜੇ ਕੋ ਜਾਓ, ਅੱਜ ਵਿਕਟੋਰੀਆ ਹਸਪੀਟਲ ਤੁਹਾਡਾ ਟੈਸਟ ਆ ਜੀ, ਅਗਲੇ ਦਿਨ ਤੁਹਾਡਾ ਹੈਲਥ ਸਾਇੰਸ ਸੈਂਟਰ ਟੈਸਟ ਆ ਜੀ, ਉਦੋਂ ਬਾਅਦ ਤੁਹਾਡਾ 7 ਉਹ ਟੈਸਟ ਆ, ਮੁੜ ਕੇ ਗ੍ਰੇਸ। ਉਹ ਬੰਦਾ ਇਹ ਸੋਚਦਾ ਵੀ ਇਹ ਮੈਨੂੰ ਮੇਰੀ ਬਿਮਾਰੀ ਦਾ ਇਲਾਜ ਲੱਭਣ ਲੱਗੇ ਕਿ ਮੈਨੂੰ ਸਾਰਾ ਵਿਨੀਪੈਗ ਘਮਾਉਣ ਲੱਗੇ। ਬਿਲਕੁਲ ਜੀ, ਬਿਲਕੁਲ ਜੀ। ਦੇਖੋ ਹੁਣ ਥੋੜਾ ਟਾਈਮ ਘੱਟ ਆ ਜੀ ਆਪਣੇ ਕੋਲੇ, ਅਸੀਂ ਇਹ ਦਰਸ਼ਕਾਂ ਨੂੰ ਕਹਾਂਗੇ ਤੁਸੀਂ ਆਪਣਾ ਫੀਡਬੈਕ ਸਾਨੂੰ ਤੁਸੀਂ ਦੇ ਸਕਦੇ ਹੋ, ਕਮੈਂਟ ਕਰ ਸਕਦੇ ਹੋ। ਤੁਸੀਂ ਸਾਡਾ ਇਹ ਪ੍ਰੋਗਰਾਮ ਫੇਸਬੁੱਕ ਤੇ YouTube ਦੇ ਉੱਤੇ ਨਾਲੋਂ ਨਾਲ ਜਿਹੜਾ ਇਹ ਚੱਲ ਰਿਹਾ ਹੈਗਾ, ਅਸੀਂ ਤੁਹਾਡੇ ਫੀਡਬੈਕ ਦਾ ਇੰਤਜ਼ਾਰ ਕਰਾਂਗੇ ਤੇ ਆਉਣ ਵਾਲੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਟੌਪਿਕ ਦੇ ਉੱਤੇ ਗੱਲ ਕਰਾਂਗੇ ਜਿਹੜਾ ਕਿ ਸਾਡਾ ਲੋਕਾਂ ਦੇ ਨਾਲ ਹੀ ਸੰਬੰਧ ਹੋਊਗਾ। ਬਿਲਕੁਲ ਜੀ, ਕਾਫੀ ਕੁਝ ਇਹਨਾਂ ਦੱਸ ਦਿੱਤਾ। ਜਿਵੇਂ ਆਪਾਂ ਬਜ਼ੁਰਗਾਂ ਦੀ ਵੀ ਗੱਲ ਕਰਾਂਗੇ ਅਗਲੀ ਵਾਰ ਕਿ ਠੰਡ 'ਚ ਉਹਨਾਂ ਨੂੰ ਕਿਵੇਂ ਤਰੀਕੇ ਨਾਲ ਰਹਿਣਾ ਚਾਹੀਦਾ ਜੀ, ਜਾਂ ਆਪਣੀਆਂ ਜਿਹੜੀ ਜਿੱਥੇ ਬੱਸਾਂ ਦੀ ਥੋੜੀ ਬਹੁਤੀ ਪ੍ਰੋਬਲਮ ਹੁੰਦੀ, ਬਾਕੀ ਉਹ ਗੱਲ ਕਰਾਂਗੇ। ਲੇਕਿਨ ਸਿਟੀ ਦੀ ਹੀ ਗੱਲ ਜ਼ਿਆਦਾ ਕਰਾਂਗੇ। ਲੇਕਿਨ ਸਿਟੀ ਦੇ ਨਾਲ ਅਗਲੀ ਵਾਰ ਨੂੰ ਆਪਾਂ ਇਹ ਵੀ ਗੱਲ ਕਰਾਂਗੇ ਕਿ ਜਿਹੜੇ ਸਾਡੇ ਬੱਚੇ ਚਾਹੇ ਸਿਆਣੇ ਚਾਹੇ ਬਜ਼ੁਰਗ, ਕਿਉਂਕਿ ਇਕੱਲੇ ਬੱਚਿਆਂ ਦੀ ਇਮੀਗ੍ਰੇਸ਼ਨ ਨਹੀਂ ਇੱਥੇ ਹੁੰਦੀ ਵੀ ਇਕੱਲੇ ਸਟੂਡੈਂਟ ਹੀ ਆਉਂਦੇ, PR ਵਾਲੇ ਵੀ ਆਉਂਦੇ ਆ, ਬਜ਼ੁਰਗ ਪੇਰੈਂਟਸ ਵੀ ਆਉਂਦੇ ਆ, ਉਹਨਾਂ ਦੀ ਕਿਹੜੀ ਚੀਜ਼ਾਂ ਦੀ ਤਿਆਰੀ ਉੱਥੇ ਹੀ ਕਰਾ ਦਿਆ ਕਰੋ ਤਾਂ ਕਿ ਇੱਥੇ ਆ ਕੇ ਪ੍ਰੋਬਲਮ ਨਾ ਆਉਣ। ਤੇ ਧੰਨਵਾਦ ਜੀ। ਜੀ ਬਿਲਕੁਲ ਜੀ, ਧੰਨਵਾਦ ਸਾਰੇ ਦਰਸ਼ਕਾਂ ਦਾ। ਸਤਿ ਸ਼੍ਰੀ ਅਕਾਲ। Purchase and refinance. Switch and transfer. Second mortgage. Business for all mortgage. New to Canada. Buying income